कबीर तास्यो प्रीत कर जाकौ ठाकुर राम, पंडित राजे भूपति आवह कौने काम। बाबा कबीर कहते ने कि उन्हां बंदियां दे नाल दोस्ती कर, उन्हां बंदियां दे नाल प्यार कर जिन्हां नूं अकाल पुरख वाहिगुरू दा आसरा है, जिन्हां दा मालक आसरा है, जिन्हां दा वाहिगुरू आसरा है। दूजे पासे भावें कोई अपने आप नूं पंडित समझदा पिया है कि मैनूं गल्लां बहुत आउंदियां ने, अपनी जाति दा उहनूं हंकार होवे, जां कोई राजा होवे जिन्हों ये है भी बड़ी दुनिया मेरे आखे लग के चलती है। भूपत का अर्थ भी वैसे इहो ही हुंदा है, भूमि का पति। जिद्दां राजे दे अधीन प्रजा हुंदी है, इदां भूपति लफ्ज़ भी उहदे लई ही वरतिया जांदा है। बाबा कबीर कहंदे ने उहदे नाल मित्रता कर जिन्हों रब दा आसरा है। ਜਿਹੜੇ पंडित ने ਜਾਂ राजे ने अपनी ही आकड़ ਦੇ ਵਿੱਚ ਤੁਰੇ ਫਿਰਦੇ ਨੇ, ਇਹ ਕਿਹੜੇ ਕੰਮ ਦੇ ਵਿੱਚ ਆਉਂਦੇ ਨੇ ਜ਼ਿੰਦਗੀ, ਸਾਡਾ ਕੀ ਸਵਾਰਦੇ ਨੇ ਜ਼ਿੰਦਗੀ ਦੇ ਵਿੱਚ। ਇਹ ਮੁੱਖ ਵਿਚਾਰ ਹੈ ਇਸ ਪਾਵਨ ਸ਼ਲੋਕ ਦੀ। ਔਰ ਕਿਉਂਕਿ ਗੱਲ ਪਿੱਛੇ ਚੱਲਦੀ ਪਈ ਹੈ ਸਾਡੀ ਦੋਸਤੀ ਦੇ ਉੱਤੇ ਵੀ ਜਿਨ੍ਹਾਂ ਜਿਨ੍ਹਾਂ ਬੰਦਿਆਂ ਦੇ ਨਾਲ ਸਾਡੀ ਸੰਗਤ ਉਹ ਜੇ ਅਸੀਂ ਸੁਭਾਅ ਵਾਲੇ ਹੋ ਜਾਂਦੇ ਹਾਂ। ਤੇ ਸੁਭਾਵਿਕ ਜੀ ਗੱਲ ਹੈ ਕਿ ਬੰਦਾ ਇਹੋ ਜਿਹਿਆਂ ਨੂੰ ਆਪਣੇ ਮਿੱਤਰ ਬਣਾਉਣਾ ਚਾਹੁੰਦਾ ਹੈ ਜਿਨ੍ਹਾਂ ਦੇ ਨਾਲ ਲੱਗ ਕੇ ਉਹਨੂੰ ਲੱਗਦਾ ਵੀ ਇਹਨਾਂ ਬੰਦਿਆਂ ਦੇ ਨਾਲ ਮੇਰੀ ਫੋਟੋ ਹੋਵੇਗੀ, ਇਹਨਾਂ ਬੰਦਿਆਂ ਦੇ ਨਾਲ ਮੇਰਾ ਬਹਿਣ ਖਲੋਣ ਹੋਵੇਗਾ ਤੇ ਸਮਾਜ ਦੇ ਵਿੱਚ ਮੇਰਾ ਸਟੇਟਸ ਬੜਾ ਉੱਚਾ ਹੋ ਜਾਵੇਗਾ, ਲੋਕੀ ਮੈਨੂੰ ਬੜੇ ਮਾਣ ਵਾਲਾ ਸਮਝਣਗੇ ਕਿ ਹਾਂ ਇਸ ਬੰਦੇ ਦਾ ਫਲਾਣੇ ਮੰਤਰੀ ਦੇ ਨਾਲ ਉੱਠਣ ਬਹਿਣ ਹੈ, ਇਹ ਫਲਾਣਾ ਜਿਹੜਾ ਹੈ ਇਹਦੇ ਕੋਲ ਬੜੀਆਂ ਕਮਾਲ ਦੀਆਂ ਤਾਕਤਾਂ ਨੇ, ਇਸ ਬੰਦੇ ਦੇ ਪੰਡਿਤ ਬੜੇ ਦੋਸਤ ਨੇ। ਪੰਡਿਤ ਦਾ ਮਤਲਬ ਗਿਆਨੀ ਲੋਕ ਬੜੇ ਦੋਸਤ ਨੇ। ਅਸੀਂ ਵੀ ਆਪਣੇ ਆਪ ਦੇ ਉੱਤੇ ਵੇਖਣਾ ਹੈ ਕਿ ਸਾਡੀ ਜਦੋਂ ਅਸੀਂ ਕਿਸੇ ਦੇ ਨਾਲ ਮਿੱਤਰਤਾ ਕਰਦੇ ਪਏ ਹਾਂ ਤੇ ਉਸ ਮਿੱਤਰਤਾ ਦਾ ਸੰਬੰਧ ਕੀ ਹੈ, ਸਾਡੀ ਮਿੱਤਰਤਾ ਕਿਹੜੀ ਚੀਜ਼ ਦੇ ਉੱਤੇ ਖੜੀ ਹੋਈ ਹੈ। ਕਿਉਂਕਿ ਬਾਬਾ ਕਬੀਰ ਸਗੋਂ ਇਸ ਗੱਲ ਨੂੰ ਕਹਿੰਦੇ ਸੀ ਵੀ ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਹਾਥ। ਅਸਲ ਦੇ ਵਿੱਚ ਮੁੱਖ ਦੀ ਗੱਲ ਇਹ ਹੈ, ਜਿਹੜਾ ਹੁੰਦਾ ਹੈ ਨਾ ਸਾਧੂ, ਭਗਤ ਹੋਵੇ, ਫਕੀਰ ਹੋਵੇ, ਉਹਨੂੰ ਇਹਨਾਂ ਗੱਲਾਂ ਦੀ ਬਹੁਤੀ ਪਰਵਾਹ ਨਹੀਂ ਹੁੰਦੀ ਵੀ ਕਿਹਦੇ ਪੱਲੇ ਕੀ ਹੈ ਤੇ ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਜਿਹਦੇ ਪੱਲੇ ਜੋ ਹੈ ਉਹ ਉਹੀ ਗੱਲਾਂ ਕਰੇਗਾ। ਤੁਸੀਂ ਖੁਦ ਵੇਖ ਲਓ, ਜਿਹਦੇ ਕੋਲ ਤਾਕਤ ਹੈ ਉਹ ਤਾਕਤ ਦੀਆਂ ਗੱਲਾਂ ਹੀ ਕਰੇਗਾ ਵੀ ਹਾਂ ਉਹਦੇ ਰਿਸ਼ਤੇਦਾਰ ਆਏ ਹੋਣ, ਉਹਨੇ ਉੱਥੇ ਵੀ ਤਾਕਤ ਦੀਆਂ ਹੀ ਗੱਲਾਂ ਕਰੀ ਜਾਣੀਆਂ ਵੀ ਸਾਡੇ ਕੋਲ ਇੰਨੀ ਤਾਕਤ, ਇੱਦਾਂ ਸਾਡਾ ਉਹ ਹੈ, ਇੱਥੇ ਸਾਡਾ ਇੰਨਾ ਖਿਲਾਰਾ, ਉਹਨੇ ਉਹੀ ਗੱਲਾਂ ਕਰੀ ਜਾਣੀਆਂ। ਜਿਹਦੇ ਕੋਲ ਪੈਸਾ ਹੈ ਉਹਨੇ ਪੈਸੇ ਦੀਆਂ ਹੀ ਗੱਲਾਂ ਕਰੀ ਜਾਣੀਆਂ ਵੀ ਉਹ ਖਰੀਦ ਲਿਆ ਤੇ ਉਹ ਵੇਚ ਲਿਆ, ਉਹਨੇ ਇਹੋ ਹੀ ਗੱਲਾਂ ਕਰੀ ਜਾਣੀਆਂ ਨੇ। ਜੋ ਜਿਹਦੇ ਕੋਲ ਹੈ ਉਹਨੇ ਉਹੀ ਗੱਲਾਂ ਕਰੀ ਜਾਣੀਆਂ। ਕਿਸੇ ਦੇ ਕੋਲ ਦੁੱਖਾਂ ਦਾ ਢੇਰ ਲੱਗਾ ਪਿਆ, ਉਹਦੇ ਲਾਗੇ ਬੈਠ ਜਾਓ, ਉਹਨੇ ਦੁੱਖ ਸ਼ੁਰੂ ਕਰਕੇ ਬੈਠ ਜਾਣਾ। ਜਿਹੜੇ ਫਕੀਰ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਇਸ ਗੱਲ ਦੇ ਨਾਲ ਮਤਲਬ ਹੈ ਹੀ ਨਹੀਂ, ਔਰ ਇਸੇ ਕਰਕੇ ਉਹ ਬਹੁਤੀ ਪ੍ਰਵਾਹ ਨਹੀਂ ਕਰਦੇ ਇਹਨਾਂ ਦੀ। ਬਾਬਾ ਕਬੀਰ ਦਾ ਇੱਕ ਬਚਨ ਹੈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਕਦੀ ਕਦੀ ਤੇ ਉਹ ਇੱਦਾਂ ਦੇ ਸਖਤ ਬੋਲ ਵੀ ਆਪ ਜੀ ਦੇ ਅੱਗੇ ਸਾਡੇ ਅੱਗੇ ਰੱਖ ਦਿੰਦੇ ਨੇ, ਕਿਉਂਕਿ ਸਾਨੂੰ ਸਾਡੇ ਮਨ ਦੇ ਵਿੱਚ ਇੱਕ ਗੱਲ ਵੜੀ ਹੈ ਵੀ ਸਾਡੀ ਰਾਜੇ ਮਹਾਰਾਜਿਆਂ ਨਾਲ ਦੋਸਤੀ ਹੋਵੇ, ਮੰਤਰੀਆਂ ਦੇ ਨਾਲ ਦੋਸਤੀ ਹੋਵੇ ਤੇ ਫਿਰ ਹੀ ਅਸੀਂ ਜ਼ਿੰਦਗੀ ਦੇ ਵਿੱਚ ਆਏ ਹਾਂ। ਜੇ ਦੋਸਤੀ ਨਹੀਂ ਤੇ ਫਿਰ ਅਸੀਂ ਆਏ ਹੀ ਨਹੀਂ, ਫਿਰ ਅਸੀਂ ਆਏ ਹੀ ਨਹੀਂ। ਤੁਸੀਂ ਵੇਖਦੇ ਜੇ ਮਾੜੀ ਮੋਟੀ ਜੀ ਰੈਲੀ ਹੁੰਦੀ ਹੈ ਜਾਂ ਕਿਤੇ ਥੋੜ੍ਹਾ ਬਹੁਤਾ ਸਮਾਜ ਦੇ ਵਿੱਚ ਜਿਹੜਾ ਬੰਦਾ ਗਿਣਿਆ ਤੁਰਿਆ ਹੁੰਦਾ ਉਹ ਕਿਤੇ ਸਾਹਮਣੇ ਆ ਜਾਵੇ, ਲੋਕੀ ਕਮਲੇ ਹੋ ਜਾਂਦੇ ਨੇ ਫੋਟੋਆਂ ਲਵਾਉਣ ਦੇ ਲਈ ਵੀ ਮੇਰੀ ਇਹਦੇ ਨਾਲ ਫੋਟੋ ਲੱਥ ਜਾਵੇ। ਕਿਉਂ ਲੋਕ ਹੁੰਦੇ ਨੇ ਇੱਦਾਂ ਦੇ? ਮਨ ਦੇ ਵਿੱਚ ਇੱਕ ਗੱਲ ਵੜੀ ਆ ਵੀ ਇਹਦੇ ਨਾਲ ਮੇਰੀ ਫੋਟੋ ਹੋਵੇਗੀ ਤਾਂ ਲੋਕੀ ਕਹਿਣਗੇ ਵੀ ਹਾਂ ਵਾਕਿਆ ਤੇਰਾ ਤਗੜਿਆਂ ਬੰਦਿਆਂ ਦੇ ਨਾਲ ਬਹਿਣ ਖਲੋਣਾ ਹੈ। ਹਰ ਇੱਕ ਤਬਕੇ ਦਾ ਇਹੀ ਹਾਲ ਹੈ, ਕਿਉਂਕਿ ਇਹ ਗੱਲ ਮੈਂਟੈਲਿਟੀ ਦੇ ਉੱਤੇ ਹੈ। ਭਾਵੇਂ ਮਿੱਤਰ ਮੰਨਾਂ, ਭਾਵੇਂ ਮਿੱਤਰ ਨਾ ਮੰਨਾਂ,
ਪਰ ਮੈਂ ਦੌੜਦਾ ਉਹਨਾਂ ਦੇ ਪਿੱਛੇ ਹੀ ਹਾਂ ਵੀ ਇਹਨਾਂ ਬੰਦਿਆਂ ਦੇ ਨਾਲ ਫੋਟੋ ਹੋਵੇ ਤੇ ਫਿਰ ਬੜੇ ਕਮਾਲ ਦੀ ਗੱਲ ਹੋ ਜਾਵੇਗੀ। ਇੱਕ ਖਿਆਲ ਹੈ, ਉਹਨਾਂ ਨੂੰ ਅਸੀਂ ਐਡਾ ਉੱਚਾ ਚੁੱਕ ਦਿੱਤਾ ਹੈ, ਨਹੀਂ ਕੋਈ ਧਿਆਨ ਦੇਵੇਗਾ ਤੇ ਕੀ ਹੈ, ਚੁੱਪ ਕਰਕੇ ਲੰਘ ਜਾਣ, ਸਾਨੂੰ ਕੀ ਲੱਗੇ। ਤੇ ਸਾਡੇ ਦੇਸ਼ਾਂ ਦੇ ਵਿੱਚ, ਮਤਲਬ ਸਾਡੇ ਦੇਸ਼ ਦੇ ਵਿੱਚ ਜਿਹੜੇ ਥੋੜ੍ਹੇ ਬਹੁਤੇ ਮਸ਼ਹੂਰ ਬੰਦੇ ਨੇ ਉਹਨਾਂ ਨੂੰ ਰੱਬ ਮੰਨ ਲਿਆ ਜਾਂਦਾ ਹੈ। ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਉਹ ਇੰਝ ਲੱਗਦਾ ਵੀ ਉਹ ਆਰਾਮ ਦੇ ਨਾਲ ਫਿਰ ਵੀ ਨਹੀਂ ਸਕਦੇ, ਵੀ ਉਹਨਾਂ ਨੂੰ ਇੰਝ ਲੱਗਦਾ ਹੈ ਵੀ ਅਸੀਂ ਸ਼ਾਇਦ ਦੁਨੀਆ ਤੋਂ ਕੋਈ ਵੱਖਰੇ ਡਿੱਗੇ ਹੋਏ ਹਾਂ, ਵੀ ਅਸੀਂ ਕੁਝ ਵੱਖਰੇ ਹਾਂ ਇਸ ਦੁਨੀਆ ਦੇ ਵਿੱਚ, ਅਸੀਂ ਬਣਾਇਆ ਹੋਇਆ। ਕੌਣ ਹੈ ਕੋਈ? ਤੁਰਿਆ ਜਾਵੇ ਆਪਣੇ ਰਾਹ, ਸਾਨੂੰ ਕੀ ਲੱਗੇ। ਆਪਣੇ ਕੰਮ ਕਰਦਾ ਫਿਰੇ, ਸਾਡੀ ਆਪਣੀ ਜ਼ਿੰਦਗੀ ਹੈ, ਉਹਦੀ ਆਪਣੀ ਜ਼ਿੰਦਗੀ ਹੈ, ਉਹਦੇ ਨਾਲੋਂ ਅਸੀਂ ਕਈ ਹਿੱਸੇ ਸੌਖੇ ਹਾਂ। ਪਰ ਦੁਨੀਆ ਦੌੜਦੀ ਹੈ ਵੀ ਇਹਦੇ ਨਾਲ ਫੋਟੋ ਹੋਵੇਗੀ ਤੇ ਦੁਨੀਆ ਬੜਾ ਮਾਣ ਸਤਿਕਾਰ ਦੇਵੇਗੀ। ਫਿਰ ਬੰਦਾ ਘਰ ਦੇ ਵਿੱਚ ਵੱਡਾ ਇੱਕ ਬਣਾ ਕੇ ਨਾ ਫਰੇਮ ਤੇ ਫਿਰ ਸਾਈਜ਼ ਬਣਾ ਕੇ ਉਹ ਪੋਸਟਰ ਦਾ ਤੇ ਫਿਰ ਲਾਉਂਦਾ ਵੀ ਆਹ ਵੇਖੋ ਜੀ ਫਲਾਣੇ ਮੰਤਰੀ ਦੇ ਨਾਲ ਤੇ ਫਲਾਣੇ ਪੰਡਤ ਦੇ ਨਾਲ ਤੇ ਫਲਾਣੇ ਦੇ ਨਾਲ ਮੇਰੀ ਫੋਟੋ ਲੱਗੀ ਹੋਈ ਹੈ। ਘਰਾਂ 'ਚ ਇਹੋ ਹੀ ਫੋਟੋਆਂ ਹੁੰਦੀਆਂ ਨੇ ਆਪਣੀਆਂ ਫੋਟੋਆਂ ਤੋਂ ਬਾਅਦ। ਮਹਾਰਾਜ ਕਹਿੰਦੇ ਨੇ ਵੀ ਜੇ ਤੁਸੀਂ ਧਿਆਨ ਦੇ ਨਾਲ ਸੋਚੋਗੇ ਤੇ ਕੀ ਸਵਾਰਦੇ ਪਏ ਨੇ। ਅਸੀਂ ਫੋਟੋ ਖਿਚਾ ਲਈ ਹੈ, ਭਾਵੇਂ ਜਿਹੜਾ ਮਰਜ਼ੀ ਬੰਦਾ ਹੋਵੇ ਦੁਨੀਆ ਦਾ, ਫੋਟੋ ਖਿਚਾ ਲਈ ਹੈ ਤੇ ਫੋਟੋ ਮੈਂ ਦੂਜਿਆਂ ਨੂੰ ਵਿਖਾਉਂਦਾ ਪਿਆ ਵੀ ਆਹ ਵੇਖੋ ਮੇਰੀ ਉਹਦੇ ਨਾਲ ਫੋਟੋ ਹੈ। ਕੀ ਸਵਾਰਿਆ ਇਸ ਫੋਟੋ ਨੇ ਮੇਰਾ? ਕੀ ਕੀਤਾ ਮੈਂ ਇੱਦਾਂ ਦੀ ਦੌੜ ਭੱਜ ਕਰਕੇ? ਔਰ ਤੁਸੀਂ ਵੇਖਦੇ ਹੀ ਜੇ ਕਿਤੇ ਵੀ, ਜੇ ਨਾ ਵੇਖਿਆ ਹੋਵੇਗਾ ਨਾ, ਜਿੱਥੇ ਕਿਤੇ ਰੈਲੀ ਹੋ ਰਹੀ ਹੋਵੇਗੀ ਉੱਥੋਂ ਦੀ ਕਿਤੇ ਵੀਡੀਓ ਚੱਲਦੀ ਪਈ ਹੋਵੇਗੀ, ਤੁਸੀਂ ਵੇਖਿਓ ਲੋਕੀ ਕਿੱਦਾਂ ਕਮਲੇ ਹੁੰਦੇ ਨੇ ਫੋਟੋਆਂ ਲਵਾਉਣ ਦੇ ਲਈ। ਕੀ ਹੈ ਇਹ ਦੌੜ? ਸਿਰਫ ਇਸ ਗੱਲ ਦੀ ਵੀ 4 ਲੋਕਾਂ ਦੇ ਵਿੱਚ ਮੈਂ ਦੱਸਣ ਵਾਲਾ ਬਣੂੰਗਾ ਵੀ ਮੇਰੀ ਉਹਦੇ ਨਾਲ ਵੀ ਫੋਟੋ ਹੈਗੀ ਜੀ। ਬਾਬਾ ਕਬੀਰ ਇਸ ਗੱਲ ਨੂੰ ਕਹਿ ਰਹੇ ਨੇ। ਬਾਬਾ ਕਬੀਰ ਕਹਿ ਰਹੇ, ਭਾਈ ਕਿੱਧਰ ਤੁਰਦੇ ਫਿਰਦੇ ਹਾਂ। ਦਾਤਾਰ ਕਹਿੰਦੇ ਪਹਿਲੀ ਗੱਲ ਤੇ ਇਹਨਾਂ ਬੰਦਿਆਂ ਦੀ ਪਰਵਾਹ ਕਰਨੀ ਛੱਡ ਦਿਓ ਵੀ ਇਹ ਬੰਦੇ ਕੁਝ ਹੈ ਨੇ। ਜੇ ਇਹਨਾਂ ਦੀ ਪਰਵਾਹ ਕਰਾਂਗੇ ਇਹ ਸਗੋਂ ਹੀ ਆਕੜ ਦੇ ਵਿੱਚ ਜਾਣਗੇ, ਇਹ ਸਗੋਂ ਹੀ ਆਕੜਨਗੇ ਵੀ ਅਸੀਂ ਬੜਾ ਕੁਝ ਹਾਂ, ਬੜਾ ਕੁਝ ਹਾਂ। ਲੋਕੀ ਧਿਆਨ ਦੇਣੋਂ ਹਟ ਜਾਣਗੇ, ਆਪਣੇ ਆਪ ਹੀ ਸਿੱਧੇ ਰਸਤੇ ਹੋ ਜਾਣਗੇ। ਲੋਕਾਂ ਨੇ ਧਿਆਨ ਨਹੀਂ ਇਹਨਾਂ ਦੇ ਦਿੱਤਾ ਕਿ ਉਹ ਧਿਆਨ ਹੀ ਮੱਤ ਮਾਰ ਕੇ ਰੱਖ ਦਿੰਦਾ। ਜਿਹਨੂੰ ਮਹਾਰਾਜ ਕਹਿੰਦੇ ਰਾਜ ਰੰਗ ਬੜਾ ਖਤਰਨਾਕ ਹੁੰਦਾ ਹੈ ਨਾ, ਰਾਜ ਦਾ ਰੰਗ ਜਦੋਂ ਚੜ੍ਹ ਜਾਵੇ ਤਾਂ ਚੰਗੇ ਭਲੇ ਬੰਦਿਆਂ ਦੀ ਅਕਲ ਜਿਹੜੀ ਆ ਉੱਪਰ ਹੀ ਚੱਲ ਜਾਂਦੀ ਹੈ। ਰਾਜ ਰੰਗ ਬੜੀ ਖਤਰਨਾਕ ਚੀਜ਼ ਹੈ, ਹਰ ਇੱਕ ਬੰਦੇ ਦੀ ਹੈ। ਰਾਜ ਰੰਗ ਹੋਵੇ, ਮਾਲ ਰੰਗ ਹੋਵੇ। ਜਿਹੜੇ ਬੰਦੇ ਪਹਿਲਾਂ ਚੰਗੇ ਭਲੀਆਂ ਸਾਰਿਆਂ ਲੋਕਾਂ ਦੇ ਨਾਲ ਗੱਲਾਂ ਕਰਦੇ ਨੇ, 2-4 ਪੈਸੇ ਪੱਲੇ ਨਹੀਂ ਆਉਂਦੇ, ਵੇਖੋ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ ਕਿਸੇ ਦੇ ਨਾਲ। ਤੇ ਨਾ ਕਰਨ, ਮੈਂ ਤਾਂ ਦੂਸਰੇ ਪਾਸੇ ਤੋਂ ਵੀ ਗੱਲ ਕਰਦਾ ਨਾ, ਨਹੀਂ ਕਰਨਗੇ ਤਾਂ ਸਾਡਾ ਕੀ ਲੁੱਟ ਕੇ ਲੈ ਚੱਲੇ ਨੇ। ਪਰ ਦੁਨੀਆ ਨੇ ਇੰਨਾ ਸਿਰ ਦੇ ਉੱਤੇ ਚੁੱਕਿਆ ਹੋਇਆ ਵੀ ਨਹੀਂ ਇਹੋ ਹੀ ਬੰਦੇ ਨੇ ਦੁਨੀਆ 'ਤੇ, ਪਰਵਾਹ ਵੀ ਨਹੀਂ ਕਰੀਦੀ ਇਹਨਾਂ ਬੰਦਿਆਂ ਦੀ। ਮਹਾਰਾਜ ਨੇ ਇੱਕ ਗੱਲ ਬੋਲੀ ਹੈ, ਵੈਸੇ ਉਹ ਗਾਥਾ ਮਿਥਿਹਾਸ ਦੀ ਹੈ, ਆਪ ਜੀ ਨੇ ਸੁਣੀ ਵੀ ਹੋਵੇਗੀ ਬੜੀ ਵਾਰ। ਔਰ ਗਾਥਾ ਏਡੇ ਕਮਾਲ ਦੀ ਹੈ ਕਿ ਅਸਲ ਦੇ ਵਿੱਚ ਉਹ ਸਿੱਖਿਆ ਨੂੰ ਸਿੱਖਣ ਦੀ ਲੋੜ ਸੀ, ਪਰ ਸਾਡੇ ਬੰਦਿਆਂ ਨੇ ਸਿੱਖਿਆ ਨਹੀਂ ਹੈ, ਬਸ ਗਾਥਾ ਸੁਣ ਲਈ ਹੈ। ਇੱਕ ਬੋਲ ਭਾਈ ਗੁਰਦਾਸ ਸਾਹਿਬ ਨੇ ਵੀ ਬੋਲੇ ਨੇ, ਬਾਬਾ ਕਬੀਰ ਸਾਹਿਬ ਨੇ ਵੀ ਬੋਲੇ ਨੇ। ਤੇ ਮੈਂ ਇਸ ਕਰਕੇ ਕਹਿਣਾ ਹੁੰਦਾ ਵੀ ਕਦੀ ਕਦੀ ਤੇ ਬਾਬਾ ਕਬੀਰ ਕਹਿੰਦੇ ਨੇ ਨਾ ਵੀ ਇੱਕ ਪਾਸੇ ਕਿਸੇ ਵੱਡੇ ਰਾਜੇ ਮਹਾਰਾਜੇ ਦੀ ਕੋਈ ਜਿਹੜੀ ਰਾਣੀ ਹੈ ਨਾ, ਉਹ ਵੀ ਆ ਰਹੀ ਹੋਵੇ ਨਾ ਕਿਤੇ ਦਰਿਆ ਦੇ ਕੰਢੇ ਦੇ ਉੱਤੇ ਆਪਣੇ ਨੌਕਰਾਂ ਨੂੰ ਲੈ ਕੇ ਤੇ ਘੁੰਮਣ ਆਈ ਹੋਵੇ ਵੀ ਹਾਂ ਠੀਕ ਹੈ ਜੀ ਅੱਜ 2-4 ਮਿੰਟ ਆਪਾਂ ਸੈਰ ਕਰ ਆਈਏ। ਤੇ ਤੁਸੀਂ ਵੇਖਦੇ ਜਿਹੋ ਜਿਹੇ ਲੋਕ ਬਾਹਰ ਨਿਕਲਣ ਤੇ ਲੋਕੀ ਪਾਗਲ ਹੋ ਜਾਂਦੇ ਨੇ ਫੋਟੋਆਂ ਲਵਾਉਣ ਦੇ ਲਈ। ਬਾਬਾ ਕਬੀਰ ਨੇ ਉਹ ਚੀਜ਼ਾਂ ਵੇਖੀਆਂ ਨੇ ਜ਼ਿੰਦਗੀ ਦੇ ਵਿੱਚ। ਲੋਕ ਸ਼ੁਰੂ ਤੋਂ ਹੀ ਇੱਦਾਂ ਦੇ ਹੁੰਦੇ ਨੇ, ਸਾਰੇ ਨਹੀਂ ਪਰ ਘੱਟ ਵੀ ਨਹੀਂ ਹੁੰਦੇ। ਉਹ ਕਹਿੰਦੇ ਇੱਕ ਪਾਸੇ ਕਿਤੇ ਉਹ ਘੁੰਮਣ ਦੇ ਲਈ ਨਿਕਲੀ ਹੋਵੇ ਵੀ ਹਾਂ, ਬਾਅਦ ਨਾਲ ਉਹਦੇ ਨੌਕਰਾਣੀਆਂ ਨੇ, ਨਾਲ ਉਹਦੇ ਸੇਵਕ ਤੁਰੇ ਫਿਰਦੇ ਨੇ ਤੇ ਜ਼ਮੀਨ ਦੇ ਉੱਤੇ ਉਹਨੂੰ ਪੈਰ ਨਹੀਂ ਰੱਖਣ ਦੇ ਰਹੇ, ਐਦਾਂ ਲੋਕ ਅੱਗੇ ਪਿੱਛੇ ਹੋਏ ਫਿਰਦੇ ਨੇ। ਤਾਂ ਕਹਿੰਦੇ ਦੂਜੇ ਪਾਸੇ ਇੱਕ ਇੱਦਾਂ ਦੀ ਬੀਬੀ ਹੋਵੇ ਜਿਹੜੀ ਨਾ ਸੰਗਤ ਕਿਤੇ ਬੈਠੀ ਹੋਵੇ ਤੇ ਬੈਠੀ ਹੋਈ ਸੰਗਤ ਦੇ ਵਿੱਚ ਪਾਣੀ ਦੀ ਲੋੜ ਪੈਂਦੀ ਰਹਿੰਦੀ ਹੈ ਤੇ ਉਹੀ ਬੀਬੀ ਦਰਿਆ ਦੇ ਵਿੱਚੋਂ ਪਾਣੀ ਲੈਣ ਗਈ ਹੋਵੇ। ਹੁਣ ਇੱਕ ਪਾਸੇ ਮਹਾਰਾਣੀ ਹੋਵੇ ਤੇ ਇੱਕ ਪਾਸੇ ਪਾਣੀ ਲੈਣ ਵਾਲੀ ਬੀਬੀ ਜਿਹੜੀ ਪਾਣੀ ਲੈਣ ਗਈ ਹੋਵੇਗੀ, ਉਹਦੇ ਤੇ ਵਿਚਾਰੀ ਦੇ ਆਉਂਦੀ ਦੇ ਕੱਪੜੇ ਵੀ ਗਿੱਲੇ ਹੋ ਜਾਂਦੇ ਨੇ ਪਾਣੀ ਕੱਢਣ ਲੱਗੀ ਦੇ। ਤੁਹਾਨੂੰ ਪਤਾ ਹੀ ਹੈ ਸਾਰਾ ਕੁਝ, ਜਿਨ੍ਹਾਂ ਨੇ ਪਾਣੀ ਖੂਹਾਂ ਦੇ ਵਿੱਚੋਂ ਦਰਿਆਵਾਂ 'ਚੋਂ ਭਰ ਕੇ ਵੇਖਿਆ ਹੋਵੇਗਾ ਵੀ ਜਦੋਂ ਉਹ ਬਾਹਰੋਂ ਪਾਣੀ ਖਿੱਚੀਦਾ ਹੈ ਤੇ ਜਿਹੜਾ ਬਾਹਰ ਦਾ ਬਰਤਨ ਗਿੱਲਾ ਹੋਇਆ ਹੁੰਦਾ ਉਹ ਸਾਰਾ ਕੱਪੜੇ ਗਿੱਲੇ ਕਰਕੇ ਰੱਖ ਦਿੰਦਾ। ਤੇ ਉਹਦੇ ਕੱਪੜੇ ਵੀ ਕਿੱਦਾਂ ਦੇ ਹੋਣਗੇ? ਉਹ ਬੜੇ ਮਹਿੰਗੇ ਕੱਪੜੇ ਪਾ ਕੇ ਗਈ ਹੋਵੇਗੀ ਪਾਣੀ ਲੈਣ ਦੇ ਲਈ। ਜਿਹੋ ਜਿਹੇ ਕੱਪੜੇ ਮਾੜੇ ਮੋਟੇ ਹੈ ਨੇ ਪਾ ਕੇ, ਔਰ ਜਿੰਨੇ ਇੱਦਾਂ ਦੇ ਕੱਪੜੇ ਪਾ ਕੇ ਬੰਦਾ ਸੇਵਾ ਕਰੇਗਾ ਓਨਾ ਹੀ ਸੌਖਾ ਰਹੇਗਾ। ਇਹ ਤਾਂ ਨਹੀਂ ਵੀ ਗਹਿਣਿਆਂ ਦੇ ਨਾਲ ਜੜੇ ਕੱਪੜੇ ਪਾ ਕੇ ਤੇ ਫਿਰ ਕਿਤੇ ਸੇਵਾ ਹੁੰਦੀ ਹੈ। ਸੇਵਾ ਕਰਨ ਦੇ ਲਈ ਕੱਪੜੇ ਵੀ ਤਾਂ ਕੰਫਰਟੇਬਲ ਹੋਣੇ ਚਾਹੀਦੇ ਨੇ ਨਾ। ਜਿੰਨੇ ਸੌਖੇ ਕੱਪੜੇ ਓਨੀ ਸੌਖੀ ਸੇਵਾ। ਤੇ ਜੇ ਸੇਵਾ ਕਰਦਿਆਂ ਕੱਪੜੇ ਨਹੀਂ ਸੰਭਾਲੇ ਜਾ ਰਹੇ ਤਾਂ ਬੰਦਾ ਵਾਰ-ਵਾਰ ਕੀ ਸੇਵਾ ਕਰ ਲਵੇਗਾ?
ਹੁਣ ਉਹਨੇ ਕਿੱਦਾਂ ਦੇ ਕੱਪੜੇ ਪਾਏ ਹੋਣਗੇ? ਬਿਲਕੁਲ ਆਮ ਜਿਹੇ ਕੱਪੜੇ, ਵੀ ਪਤਾ ਵੀ ਸੇਵਾ ਕਰਨੀ ਹੈ। ਇੱਕ ਪਾਸੇ ਬਾਬਾ ਕਬੀਰ ਕਹਿੰਦੇ ਵੀ ਉਹ ਨੇ ਜਿਹਦੇ ਅੱਗੇ ਪਿੱਛੇ ਨੌਕਰ, ਤੇ ਇੱਕ ਪਾਸੇ ਉਹ ਹੈ ਜਿਹੜੀ ਖੁਦ ਨੌਕਰ ਹੈ ਤੇ ਬਸ ਸੰਗਤ ਦੀ ਸੇਵਾ ਕਰਦੀ ਪਈ ਹੈ। ਕਹਿੰਦੇ ਫਿਰ ਵੀ ਮੈਂ ਉਹ ਜਿਹੜਾ ਹੈ ਨਾ, ਮੈਂ ਉਸ ਨੌਕਰਾਣੀ ਨੂੰ ਕਿਤੇ ਜ਼ਿਆਦਾ ਚੰਗੀ ਮੰਨਦਾ ਹਾਂ। ਰੱਬ ਦੀ ਜਿਹੜੀ ਉਹ ਨੌਕਰਾਣੀ ਹੈ ਨਾ, ਸੇਵਕਾ ਹੈ, ਉਹ ਜਿਹੜੀ ਰਾਣੀ ਹੈ ਉਹਦੇ ਬਰਾਬਰ ਕਦੀ ਵੀ ਨਹੀਂ ਪਹੁੰਚ ਸਕਦੀ, ਉਹ ਕਦੀ ਵੀ ਨਹੀਂ ਪਹੁੰਚ ਸਕਦੀ। ਪਰ ਸਾਡਾ ਹਾਲ ਦੂਸਰੇ ਪਾਸੇ ਦਾ ਹੈ। ਉਹ ਲੋਕ ਜਿਹੜੇ ਨੇ ਉਹਨਾਂ ਦੀ ਦੁਨੀਆ ਹੀ ਕੁਝ ਹੋਰ ਹੈ, ਸਾਡੀ ਦੁਨੀਆ ਨੇ ਬਾਦਸ਼ਾਹ ਬਣਾ ਕੇ ਰੱਖਿਆ ਹੋਇਆ ਹੈ। ਭਾਵੇਂ ਕੋਈ ਵੀ ਹੋਵੇ, ਫਿਲਮੀ ਐਕਟਰ ਹੋਵੇ, ਭਾਵੇਂ ਕਿਸੇ ਵੀ ਤਰੀਕੇ ਦਾ ਹੋਵੇ, ਜਿਹੜੇ ਬੰਦੇ ਨੂੰ ਇਹ ਲੱਗਣ ਲੱਗ ਪਿਆ ਵੀ ਮੈਂ ਦੁਨੀਆ ਤੋਂ ਵੱਖ ਹਾਂ ਤੇ ਦੁਨੀਆ ਸਾਡੇ ਪਿੱਛੇ ਤੁਰੀ ਫਿਰਦੀ ਹੈ, ਕਿਉਂ ਕਿਸੇ ਦੇ ਪਿੱਛੇ ਤੁਰੇ ਫਿਰੀਏ ਅਸੀਂ? ਕਿਉਂ ਕਿਸੇ ਨੂੰ ਏਡੀ ਹਵਾ ਦੇ ਵਿੱਚ ਆਉਣ ਦੀ ਲੋੜ ਪੈ ਜਾਵੇ ਵੀ ਮੈਂ ਹਾਂ ਤੇ ਮੈਂ ਹੀ ਹਾਂ ਬਸ? ਬਾਬਾ ਕਬੀਰ ਉਹ ਗੱਲ ਸਮਝਾਉਂਦੇ ਨੇ, ਤੇ ਮੈਂ ਗਾਥਾ ਆਪ ਜੀ ਦੇ ਅੱਗੇ ਰੱਖਣੀ ਸੀ। ਉਹ ਗਾਥਾ ਹੈ, ਆਪ ਜੀ ਨੇ ਸੁਣੀ ਹੈ ਕਿ ਜਿਸ ਵੇਲੇ ਦੁਰਯੋਧਨ ਨੇ ਕ੍ਰਿਸ਼ਨ ਜੀ ਨੂੰ ਸੱਦਾ ਦਿੱਤਾ ਸੀ ਵੀ ਮੇਰੇ ਘਰ ਦੇ ਵਿੱਚ ਆਇਓ, ਤੇ ਤੁਹਾਨੂੰ ਵੀ ਪਤਾ ਹੈ ਕਿ ਕ੍ਰਿਸ਼ਨ ਜੀ ਨੇ ਹਾਂ ਤੇ ਕਰ ਦਿੱਤੀ ਸੀ, ਪਰ ਹੋਇਆ ਕੀ? ਉਹਦੇ ਕੋਲ ਗਏ ਨਹੀਂ। ਸਾਰੀ ਰਾਤ ਉਹਨਾਂ ਨੇ ਕੱਟ ਲਈ ਬਿਦਰ ਦੇ ਕੋਲ। ਹੁਣ ਬਿਦਰ ਦੇ ਬਾਰੇ ਪੜ੍ਹ ਕੇ ਵੇਖੋ ਤੇ ਬਿਦਰ ਵਿਚਾਰਾ ਇੱਦਾਂ ਦਾ ਹੈ, ਬਿਲਕੁਲ ਮਾੜੀ ਮੋਟੀ ਝੁੱਗੀ ਦੇ ਵਿੱਚ ਰਹਿਣ ਵਾਲਾ ਬੰਦਾ। ਇਹ ਵੀ ਨੇ ਵੀ ਬੜਾ ਵੱਡਾ ਘਰ ਸੀ, ਮਾੜੀ ਮੋਟੀ ਝੌਂਪੜੀ ਜੀ ਬਣਾ ਕੇ ਰਹਿੰਦਾ ਹੈ, ਤੇ ਉੱਥੇ ਜੋ ਨੇੜੇ ਕਿਤੇ ਉਹਨੂੰ ਖਾਣ ਪੀਣ ਨੂੰ ਤਿਆਰ ਕਰਨ ਨੂੰ ਮਿਲਦਾ ਅਗਲਾ ਖਾ ਪੀ ਲੈਂਦਾ। ਇਹ ਤੁਸੀਂ ਸੁਣੀ ਹੋਵੇਗੀ ਗਾਥਾ ਸਾਰਿਆਂ। ਤੇ ਜਿੱਦਣ ਪਤਾ ਲੱਗਾ ਕ੍ਰਿਸ਼ਨ ਜੀ ਨੂੰ, ਕ੍ਰਿਸ਼ਨ ਜੀ ਜਿਹੜੇ ਨੇ ਉਹ ਬਿਦਰ ਦੇ ਘਰ ਦੇ ਵਿੱਚ ਰਹਿੰਦੇ ਨੇ ਸਾਰੀ ਰਾਤ। ਦੁਰਯੋਧਨ ਨੂੰ ਸਵੇਰੇ ਪਤਾ ਲੱਗ ਜਾਂਦਾ ਵੀ ਇੱਥੇ ਆਇਆ ਹੋਵੇ ਕ੍ਰਿਸ਼ਨ ਤੇ ਸਾਡੇ ਘਰ ਨਹੀਂ ਆਇਆ। ਉਹਨੂੰ ਬੜਾ ਗੁੱਸਾ ਚੜਿਆ। ਉਹ ਆ ਕੇ ਕ੍ਰਿਸ਼ਨ ਦੇ ਕੋਲ ਆ ਕੇ ਕਹਿੰਦਾ ਵੀ ਤੁਸੀਂ ਮੇਰੇ ਘਰ ਕਿਉਂ ਨਹੀਂ ਆਏ? ਜਾਂ ਜਿਹੜਾ ਮਾੜਾ ਮੋਟਾ ਨੌਕਰ ਹੈ, ਸਾਰਾ ਜਿਹੜਾ ਦਿਨ ਹੈ ਤੁਸੀਂ ਸਾਰੀ ਰਾਤ ਇਹਦੇ ਲਾਗੇ ਕੱਢ ਲਈ ਹੈ, ਤੁਸੀਂ ਮੇਰੇ ਕੋਲ ਆਉਂਦੇ ਤੇ ਤੁਹਾਨੂੰ ਚੰਗੇ ਭਲੇ ਬੰਦੇ ਵੇਖੋ, ਕਰਨ ਉੱਥੇ ਹੀ, ਭੀਸ਼ਮ ਉੱਥੇ ਹੀ, ਦਰੋਣਾਚਾਰੀਆ ਉੱਥੇ ਸੀ, ਜਿਹਦੇ ਨਾਲ ਮਰਜ਼ੀ ਬਹਿ ਕੇ ਗੱਲਾਂ ਕਰਦੇ। ਉਹਨੂੰ ਲੱਗਦਾ ਨਾ ਵੀ ਕ੍ਰਿਸ਼ਨ ਜੀ ਇਹਦੇ ਘਰ ਬੈਠੇ ਤੇ ਮੇਰਾ ਸਟੇਟਸ ਡਾਊਨ ਹੋ ਗਿਆ, ਵੀ ਵੇਖੋ ਜੀ ਰਾਜ ਮਹਿਲ ਛੱਡ ਕੇ ਤੇ ਬੰਦਾ ਝੁੱਗੀ ਦੇ ਵਿੱਚ ਜਾ ਕੇ ਬੈਠ ਗਿਆ। ਵੀ ਮੇਰੇ ਕੋਲ ਆਉਂਦੇ, ਤੁਸੀਂ ਇਹਦੇ ਘਰ ਦੇ ਵਿੱਚ ਰਾਜ ਕਿਉਂ ਕੱਟੀ ਆ? ਮੇਰੇ ਨਾਲ ਬੈਠਦੇ, ਤੁਹਾਨੂੰ ਮੈਂ ਸਾਰੀਆਂ ਗੱਲਾਂ ਦੱਸਦਾ। ਤੇ ਉਹ ਕਹਿੰਦੇ ਨੇ ਵੀ ਕ੍ਰਿਸ਼ਨ ਜੀ ਪਹਿਲਾਂ ਤੇ ਸੁਣਦੇ ਰਹੇ, ਪਰ ਬਾਅਦ ਦੇ ਵਿੱਚ ਸਿਰਫ ਹੱਸ ਕੇ ਇੱਕ ਗੱਲ ਕੀਤੀ ਵੀ ਵੇਖ, ਜੇ ਮੈਂ ਤੇਰੇ ਲਾਗੇ ਬੈਠਦਾ ਨਾ ਤਾਂ ਤੂੰ ਮੈਨੂੰ ਹਾਥੀਆਂ ਘੋੜਿਆਂ ਦੀਆਂ ਗੱਲਾਂ ਸੁਣਾਈ ਜਾਣੀਆਂ ਸੀ। ਮੈਂ ਵਾਰ-ਵਾਰ ਇਸ ਕਹਾਣੀ ਨੂੰ ਸੁਣਾਉਣਾ ਹੁੰਦਾ, ਬੜੀ ਸਿੱਖਿਆ ਵਾਲੀ ਗੱਲ ਹੈ ਇਹ। ਤੂੰ ਮੈਨੂੰ ਹਾਥੀ ਘੋੜਿਆਂ ਦੀਆਂ ਗੱਲਾਂ ਸੁਣਾਉਣੀਆਂ ਸੀ ਵੀ ਇੰਨੇ ਹਾਥੀ ਖਰੀਦ ਲਏ ਤੇ ਇੰਨੇ ਘੋੜੇ ਖਰੀਦ ਲਏ, ਇੱਥੋਂ ਤੱਕ ਸਾਡੀ ਫੌਜ ਹੈ, ਇੱਥੋਂ ਤੱਕ ਸਾਡਾ ਰਾਜ ਹੈ। ਤੂੰ ਮੇਰੇ ਨਾਲ ਇਹੋ ਹੀ ਗੱਲਾਂ ਕਰਨੀਆਂ ਸੀ। ਔਰ ਜਿਨ੍ਹਾਂ ਨੂੰ ਅਸੀਂ ਸਿਰ ਦੇ ਉੱਤੇ ਚੜਾਇਆ ਹੋਇਆ ਨਾ, ਬਸ ਉਹਨਾਂ ਨੇ ਵੀ ਉਹੀ ਗੱਲਾਂ ਨੇ, ਉਹਨਾਂ ਦੇ ਕੋਲ ਵੀ ਉਹੀ ਗੱਲਾਂ ਨੇ। ਇਹਦੇ ਤੋਂ ਵੱਧ ਕੋਈ ਗੱਲਾਂ ਹੈ ਹੀ ਨਹੀਂ। ਇੱਥੇ ਜਿੱਤ ਲਿਆ ਤੇ ਇੱਥੇ ਅਸੀਂ ਹਾਰ ਗਏ ਹਾਂ, ਇੱਥੇ ਅਸੀਂ ਫੋਟੋਆਂ ਖਿਚਾ ਲਈਆਂ ਤੇ ਇੱਥੇ ਅਸੀਂ ਫੋਟੋਆਂ ਖਿਚਾਉਣ ਵਾਲੇ ਹਾਂ, ਇੰਨੇ ਸਮੁੰਦਰਾਂ 'ਤੇ ਘੁੰਮ ਲਿਆ ਤੇ ਇੰਨੇ ਸਮੁੰਦਰਾਂ 'ਤੇ ਘੁੰਮਣ ਵਾਲੇ ਹਾਂ। ਇਹਦੇ ਤੋਂ ਵੱਧ ਉਹਨਾਂ ਕੋਲ ਗੱਲਾਂ ਵੀ ਕੀ ਨੇ? ਜੇ ਅਸੀਂ ਧਿਆਨ ਨਾਲ ਸੋਚੀਏ, ਜਿਨ੍ਹਾਂ ਨੂੰ ਅਸੀਂ ਸਿਰ ਦੇ ਉੱਤੇ ਚੜਾਇਆ ਹੋਇਆ ਹੈ, ਉਹਨਾਂ ਦੇ ਕੋਲ ਗੱਲਾਂ ਕਿਹੜੀਆਂ ਨੇ? ਕੋਈ ਵੀ ਗੱਲਾਂ ਨਹੀਂ ਨੇ। ਪਰ ਦੁਨੀਆ ਨੇ ਚੜਾਇਆ ਹੋਇਆ ਸਿਰ ਦੇ ਉੱਤੇ। ਦੁਨੀਆ ਨੂੰ ਲੱਗਦਾ ਵੀ ਬੰਦੇ ਹੀ ਦੁਨੀਆ 'ਤੇ ਡਿੱਗੇ ਨੇ, ਬਾਕੀਆਂ ਨੂੰ ਤਾਂ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਉਹਨਾਂ ਨੂੰ। ਬਿਲਕੁਲ ਬੇਕਾਰ ਗੱਲ ਹੈ। ਬਾਬਾ ਕਬੀਰ ਕਹਿੰਦਾ ਮੈਂ ਤੇਰੇ ਕੋਲ ਬੈਠਦਾ ਨਾ, ਵਾਹਿਗੁਰੂ ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰੇ ਕੋਲ ਬੈਠਦਾ ਨਾ ਦੁਰਯੋਧਨ, ਤੇ ਤੂੰ ਕੀ ਕਰਨਾ ਸੀ? ਤੂੰ ਮੈਨੂੰ ਇੱਕ ਵੀ ਰੱਬ ਦੀ ਗੱਲ ਨਹੀਂ ਸੀ ਕਰਨ ਦੇਣੀ, ਸਗੋਂ ਆਪਣੀਆਂ ਗੱਡੀਆਂ ਕਾਰਾਂ ਦੀਆਂ ਗੱਲਾਂ ਕਰੀ ਜਾਣੀਆਂ ਸੀ ਵੀ ਆਹ ਮੇਰੇ ਕੋਲ ਹਾਥੀ ਤੇ ਆਹ ਮੇਰੇ ਕੋਲ ਇੰਨੇ ਘੋੜੇ। ਤੇ ਇਸ ਕਰਕੇ ਮੈਂ ਤੇ ਇੱਕ ਗੱਲ ਨੂੰ ਵੇਖਦਾ ਵੀ ਮੈਂ ਜਿਹਦੇ ਘਰ ਦੇ ਵਿੱਚ ਬੈਠਾ ਸੀ ਨਾ, ਉਹਨੇ ਭਾਵੇਂ ਮੈਨੂੰ ਸਾਗ ਹੀ ਖਵਾਇਆ ਹੈ। ਸਾਗ ਵੇਖੋ ਕਿੱਦਾਂ ਅਵੇਲੇਬਲ ਹੋਵੇਗਾ ਵੀ ਲਾਗੇ ਘਰ ਦੇ ਬਾਹਰ ਘਾਹ ਬੂਟੀਆਂ ਸੀ ਤੇ ਉਹਨਾਂ ਨੂੰ ਤੋੜ ਕੇ ਅਗਲੇ ਨੇ ਸਾਗ ਬਣਾ ਲਿਆ। ਭਾਵੇਂ ਉਹਨੇ ਮੈਨੂੰ ਸਾਗ ਹੀ ਖਵਾਇਆ ਹੈ, ਪਰ ਮੈਨੂੰ ਇੰਝ ਲੱਗਾ ਵੀ ਮੈਂ ਖੀਰ ਖਾ ਲਈ ਹੈ। ਤੇਰੇ ਘਰ ਦੀ ਖੀਰ ਖਾਣ ਦੇ ਨਾਲੋਂ ਉਹਦਾ ਸਾਗ ਖਾਣਾ ਕਿਤੇ ਜ਼ਿਆਦਾ ਚੰਗਾ ਸੀ ਮੇਰੇ ਲਈ। ਕਿਉਂ? ਕਿਉਂਕਿ ਉਹਦੇ ਲਾਗੇ ਜਦੋਂ ਮੈਂ ਬੈਠਦਾ ਸੀ ਨਾ, ਤਾਂ ਮੈਨੂੰ ਰੱਬ ਦੀਆਂ ਗੱਲਾਂ ਸੁਣਦੀਆਂ ਸੀ। ਉਹਦੇ ਲਾਗੇ ਬੈਠ ਕੇ ਮੈਂ ਸਾਰੀ ਰਾਤ ਰੱਬ ਦੀਆਂ ਗੱਲਾਂ ਕੀਤੀਆਂ ਨੇ। ਜੇ ਮੈਂ ਤੇਰੇ ਲਾਗੇ ਹਾਥੀਆਂ ਘੋੜਿਆਂ ਦੀਆਂ ਗੱਲਾਂ ਹੀ ਕਰਨੀਆਂ ਸੀ, ਉਹਦੇ ਲਾਗੇ ਬਹਿ ਕੇ ਮੈਂ ਰੱਬ ਦੀਆਂ ਗੱਲਾਂ ਕਰ ਲਈਆਂ ਨੇ। ਤੇ ਮੈਨੂੰ ਇਸ ਕਰਕੇ ਬਿਦਰ ਦੇ ਲਾਗੇ ਜਾ ਕੇ ਬੈਠਣਾ ਜ਼ਿਆਦਾ ਸੌਖਾ ਹੈ ਤੇਰੇ ਵਰਗੇ ਦੇ ਲਾਗੇ ਬੈਠਣ ਦੇ ਨਾਲ। ਬਾਬਾ ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਹੈ, ਆਇਆ ਸੁਣਿਆ ਬਿਦਰ ਦਾ, ਬੋਲਿਆ ਦੁਰਯੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ। ਭੀਖਮ ਕਰਨ ਦਰੋਣ ਤਜ ਸਭਾ ਸ਼ਿੰਗਾਰ, ਵੱਡੇ ਮਨੁੱਖਾ ਝੁੰਗੀ ਜਾਏ ਵਲਾਇਓਨ ਸਭਨਾ ਦੇ ਜੀ ਅੰਦਰ ਤੁਖਾ। ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦਿਸਈ ਮੇਰਾ ਨਾਹੀਂ ਅਪਦਾ ਦੁੱਖਾ।
ਭਾਉ ਜੇਵੇਹਾ ਬਿਦਰਦੇ ਹੋਰੀ ਦੇ ਚਿਤ ਚਾਉ, ਨਾ ਚੁੱਖਾ ਗੋਬਿੰਦ ਭਾਉ ਭਗਤ ਦਾ ਭੁੱਖਾ। ਤੇ ਮੈਂ ਤੇ ਇਸ ਗੱਲ ਨੂੰ ਸੁਣਦਾ ਵੀ ਰੱਬ ਜਿਹੜਾ ਹੈ ਨਾ, ਉਹ ਪ੍ਰੇਮਾ ਭਗਤੀ ਨੂੰ ਚੰਗਾ ਕਹਿੰਦਾ ਹੈ। ਤੇ ਬਿਦਰ ਦੇ ਨਾਲ ਮੈਂ ਬੈਠ ਕੇ ਰੱਬ ਦੀਆਂ ਗੱਲਾਂ ਕੀਤੀਆਂ ਨੇ। ਤੇਰੇ ਲਾਗੇ ਬੈਠਦਾ ਤੇ ਬਸ ਮੈਂ ਰਾਜਨੀਤੀ ਦੀਆਂ ਗੱਲਾਂ ਹੀ ਕਰੀ ਜਾਣੀਆਂ ਸੀ। ਤੂੰ ਹੋਰ ਮੈਨੂੰ ਸੁਣਾਉਣਾ ਵੀ ਕੀ ਸੀ, ਤੇ ਸੁਣਾਉਣਾ ਵੀ ਕੀ ਹੁੰਦਾ ਹੈ ਉਹਨਾਂ ਨੇ। ਇਸ ਗੱਲ ਨੂੰ ਬਾਬਾ ਕਬੀਰ ਕਹਿੰਦੇ, ਭਾਈ ਆਪਣੀ ਸੰਗਤ ਦੇ ਵੱਲ ਧਿਆਨ ਦਿਓ। ਕਿਉਂ ਐਵੇਂ ਲੋਕਾਂ ਨੂੰ ਏਡੇ ਵੱਡੇ ਬਣਾਇਆ ਹੋਇਆ ਵੀ ਉਹਦੇ ਪਿੱਛੇ ਲੱਗੋ, ਉਹਦੇ ਪਿੱਛੇ ਲੱਗੋ। ਬਾਬਾ ਕਬੀਰ ਕਹਿੰਦੇ ਉਹਨਾਂ ਦੇ ਲਾਗੇ ਬੈਠੋ ਜਿਨ੍ਹਾਂ ਨੇ ਮਾਲਕ ਨੂੰ ਆਪਣਾ ਆਸਰਾ ਬਣਾਇਆ। ਤੁਹਾਡੀ ਜ਼ਿੰਦਗੀ ਨੂੰ ਸੁੱਖ ਦਿਵਾ ਦੇਣਗੇ। ਤੁਹਾਡੀ ਜ਼ਿੰਦਗੀ ਦਾ ਆਸਰਾ ਮਾਲਕ ਬਣ ਜਾਵੇਗਾ ਉਹਨਾਂ ਦੇ ਪਿੱਛੇ ਲੱਗ ਕੇ। ਕਬੀਰ ਤਾਸਿਓ ਪ੍ਰੀਤ ਕਰ, ਜਾਕੋ ਠਾਕੁਰ ਰਾਮ। ਜਿਨ੍ਹਾਂ ਦਾ ਮਾਲਕ ਵਾਹਿਗੁਰੂ ਹੈ ਨਾ ਆਸਰਾ, ਉਹਨਾਂ ਦੇ ਨਾਲ ਤੂੰ ਪ੍ਰੀਤ ਕਰ। ਸੰਗਤ ਦੇ ਵਿੱਚ ਬੈਠ, ਉਹਨਾਂ ਦੇ ਕੋਲ ਜਾ ਕੇ। ਪੰਡਿਤ ਰਾਜੇ ਭੂਪਤੀ ਆਵੇਂ ਕਉਨੇ ਕਾਨ ਕਾਮ। ਪੰਡਿਤ ਕਿਹੜੇ ਕੰਮ ਆਉਂਦੇ ਨੇ? ਵੱਡੇ ਵੱਡੇ ਰਾਜੇ ਮਹਾਰਾਜੇ ਸਾਡੇ ਕੀ ਸਵਾਰਦੇ ਪਏ। ਤੇ ਮੈਂ ਆਖਰੀ ਇੱਕ ਗੱਲ ਹੋਰ ਕਹਿ ਦੇਵਾਂ ਇਸ ਸ਼ਲੋਕ ਦੇ ਬਾਰੇ। ਬਾਬਾ ਕਬੀਰ ਸਾਹਿਬ ਨੂੰ ਨਾ ਇੱਕ ਵਾਰ, ਇਹ ਉਹਨਾਂ ਦਾ ਬੋਲ ਵੀ ਹੈ, ਬਾਬਾ ਕਬੀਰ ਸਾਹਿਬ ਨੂੰ ਨਾ ਕਿਸੇ ਨੇ ਮਿਹਣਾ ਮਾਰ ਦਿੱਤਾ, ਬੋਲ ਦਿੱਤਾ। ਤੇ ਬੋਲਿਆ ਸੀ ਇਸ ਗੱਲ ਦੇ ਉੱਤੇ, ਤੇ ਬੋਲਿਆ ਸੀ ਕਿਸੇ ਪੰਡਿਤ ਨੇ, ਕਿਸੇ ਬ੍ਰਾਹਮਣ ਨੇ। ਕਿਉਂਕਿ ਬਾਬਾ ਕਬੀਰ ਰੱਬੀ ਬੰਦਗੀ ਕਰਦੇ ਸੀ। ਤੇ ਉਹ ਜਦੋਂ ਬੰਦਗੀ ਕਰਦੇ ਸੀ ਤੇ ਦਿੱਕਤ ਤੇ ਹੋਣੀ ਸੀ ਨਾ, ਕਿਉਂਕਿ ਬਾਬਾ ਕਬੀਰ ਸਾਹਿਬ ਨੂੰ ਉੱਚੀ ਜ਼ਾਤ ਵਾਲਾ ਨਹੀਂ ਸੀ ਮੰਨਿਆ ਜਾਂਦਾ। ਤੂੰ ਕਹਿੰਦੇ ਸੀ ਵੀ ਇਹ ਤੇ ਬੰਦੇ ਬੰਦਗੀ ਕਰ ਹੀ ਨਹੀਂ ਸਕਦੇ। ਉਹ ਇਸ ਕਰਕੇ ਕੀ ਹੁੰਦਾ ਸੀ, ਬਾਬਾ ਕਬੀਰ ਕਿਤੇ ਬੰਦਗੀ ਦੇ ਵਿੱਚ ਬੈਠੇ ਹੋਣਗੇ ਤੇ ਬ੍ਰਾਹਮਣ ਨੇ ਆ ਕੇ ਉਹਨਾਂ ਨੂੰ ਕਹਿ ਦਿੱਤਾ। ਮੈਂ ਬੜੀ ਵਾਰ ਇਸ ਗੱਲ ਨੂੰ ਬੇਨਤੀ ਕਰਦਾ ਹੁੰਦਾ ਵੀ ਵੇਖੋ, ਭਾਵੇਂ ਬੰਦਾ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਕਿਸੇ ਵੀ ਪੋਸਟ ਦੇ ਉੱਤੇ ਗਿਆ ਹੋਵੇ, ਸਾਡੇ ਦੇਸ਼ ਦੇ ਵਿੱਚ ਉਸ ਬੰਦੇ ਨੂੰ ਕਿਤੇ ਜ਼ਾਤੀ ਤੌਰ ਦੇ ਉੱਤੇ ਮਾੜਾ ਜਿਹਾ ਕੋਈ ਲਫ਼ਜ਼ ਬੋਲ ਦਿਓ, ਅਗਲੇ ਦਾ ਦਿਲ ਹੀ ਟੁੱਟ ਜਾਂਦਾ। ਔਰ ਇੱਥੇ ਲੋਕ ਮਿੰਟ ਨਹੀਂ ਲਾਉਂਦੇ ਅਗਲੇ ਦੀ ਜਾਤੀ ਬੋਲਣ ਲੱਗਿਆ ਵੀ ਤੂੰ ਫਲਾਣਾ ਹੈ, ਤੂੰ ਉਹ ਹੈ। ਇਹ ਇੱਦਾਂ ਦੀ ਪ੍ਰੋਬਲਮ ਹੈ ਸਾਡੇ ਲੋਕਾਂ ਦੀ। ਇਹ ਸੋਚਣਾ ਚਾਹੀਦਾ ਲੋਕਾਂ ਨੂੰ ਵੀ ਨਹੀਂ, ਇਹ ਤੋਂ ਅਸੀਂ ਕੋੜ ਤੋਂ ਬਾਹਰ ਨਿਕਲਣਾ। ਇਹ ਬਿਮਾਰੀ ਹੈ ਸਭ ਤੋਂ ਵੱਡੀ ਲੋਕਾਂ ਦੇ ਪੱਲੇ ਲੱਗੀ ਹੋਈ। ਪਰ ਲੋਕੀ ਸਤਾਉਂਦੇ ਨੇ, ਲੋਕੀ ਤੰਗ ਕਰਦੇ ਨੇ। ਜਿਹਦੀ ਉੱਚੀ ਜਾਤ ਹੋ ਜਾਂਦੀ ਉਹਨੂੰ ਲੱਗਦਾ ਵੀ ਮੈਂ ਬਾਕੀਆਂ ਨੂੰ ਸਮਝਾ ਹੀ ਨਾ ਕੁਝ। ਇਹ ਪ੍ਰੋਬਲਮ ਹੈ। ਬਾਬਾ ਕਬੀਰ ਬੰਦਗੀ ਵਾਲੇ ਬੰਦੇ ਨੇ। ਤੇ ਬ੍ਰਾਹਮਣ ਆ ਕੇ ਕਹਿੰਦਾ ਵੀ ਤੂੰ ਜੋ ਮਰਜ਼ੀ ਕਰ ਲਾ। ਮੈਂ ਸਿੱਧੇ ਸਿੱਧੇ ਲਫ਼ਜ਼ ਵਰਤਾਂਗਾ ਵੀ ਜੋ ਮਰਜ਼ੀ ਕਰ ਲਾ, ਰਹਿਣਾ ਤਾਂ ਤੂੰ ਜੁਲਾਹਾ ਹੀ ਹੈ ਨਾ। ਇਹ ਇਸ ਲਫ਼ਜ਼ ਨੇ ਵੀ ਜੋ ਮਰਜ਼ੀ ਕਰ ਲਾ, ਰਹਿਣਾ ਤਾਂ ਤੂੰ ਉਹੀ ਹੈ। ਕਿਉਂਕਿ ਉਹਨਾਂ ਨੂੰ ਲੱਗਦਾ ਵੀ ਬਸ ਉਹੀ ਰਹਿੰਦੇ ਨੇ, ਜੋ ਮਰਜ਼ੀ ਕਰ ਲਓ। ਉਹਨਾਂ ਨੂੰ ਨਹੀਂ ਲੱਗਦਾ ਵੀ ਜਾਤੀ ਬਦਲਦੀ। ਉਹਨਾਂ ਨੂੰ ਲੱਗਦਾ ਵੀ ਬਸ ਜੰਪਿਆਂ ਵੱਡੀਆਂ ਜਾਤੀਆਂ ਦੇ ਵਿੱਚ ਤੇ ਬਸ ਅਸੀਂ ਵੱਡੇ ਹੋ ਗਏ। ਤੇ ਬਾਬਾ ਕੀ ਕਹਿ ਰਿਹਾ, ਨਾਨਕ ਨਾਵੇਂ ਬਾਝ ਸਨਾਤ। ਜਿਨ੍ਹਾਂ ਨੇ ਮਾਲਕ ਭੁਲਾ ਲਿਆ ਨਾ, ਸਭ ਤੋਂ ਮਾੜੀਆਂ ਜਾਤੀਆਂ ਵਾਲੇ ਉਹ ਨੇ। ਖਸਮ ਵਿਸਾਰਹਿ ਤੇ ਕਮਜ਼ਾਤ, ਨਾਨਕ ਨਾਵੇਂ ਬਾਝ ਸਨਾਤ। ਉਹਨਾਂ ਨੂੰ ਲੱਗਦਾ ਵੀ ਲੈ ਅਸੀਂ ਤਾਂ ਬਾਹਮਣ ਜੰਮੇ ਆ, ਸਾਨੂੰ ਕੌਣ ਮਾੜਾ ਕਹਿਣ ਵਾਲਾ। ਅਸੀਂ ਤਾਂ ਪੰਡਿਤ ਜੰਮੇ, ਸਾਨੂੰ ਕੌਣ ਮਾੜਾ ਕਹਿਣ ਵਾਲਾ। ਬਾਬਾ ਕਬੀਰ ਨੇ ਚੈਲੰਜ ਕੀਤਾ। ਬਾਬਾ ਕਬੀਰ ਨੂੰ ਕਹਿੰਦੇ ਜੋ ਮਰਜ਼ੀ ਬਣ ਜਾ, ਰਹਿਣਾ ਤਾਂ ਤੂੰ ਉਹੀ ਹੈ। ਤੇ ਅੱਗੋਂ ਬਾਬਾ ਕਬੀਰ ਕਹਿੰਦੇ ਠੀਕ ਹੈ। ਕਹਿੰਦੇ ਮੇਰੇ ਲਾਗੇ ਬੈਠ, ਮੈਂ ਤੈਨੂੰ ਇਹ ਦੱਸਾਂ। ਤੂੰ ਬਾਹਮਣ, ਮੈਂ ਕਾਂਛੀ ਕਾ ਜੁਲਹਾ। ਤੂੰ ਬ੍ਰਾਹਮਣ ਹੈ, ਠੀਕ ਹੈ, ਤੂੰ ਬ੍ਰਾਹਮਣ ਹੈ ਤੇ ਮੈਂ ਕੀ ਹਾਂ, ਉਸੇ ਕਾਸ਼ੀ ਦੇ ਵਿੱਚ ਰਹਿਣ ਵਾਲਾ, ਬਨਾਰਸ ਦੇ ਵਿੱਚ ਰਹਿਣ ਵਾਲਾ ਇੱਕ ਛੋਟਾ ਜਿਹਾ ਇੱਦਾਂ ਕਹਿ ਲੈ ਵੀ ਦੁਕਾਨਦਾਰ ਹਾਂ, ਮੈਂ ਜੁਲਾਹਾ ਹਾਂ। ਇਹ ਬਾਬੇ ਕਬੀਰ ਦੇ ਬੋਲ ਨੇ। ਤੂੰ ਬਾਹਮਣ, ਮੈਂ ਕਾਸ਼ੀ ਕਾ ਜੁਲਹਾ, ਬੂਝੋ ਮੋਰ ਗਿਆਨਾ। ਪਰ ਕਹਿੰਦੇ ਮੇਰੀ ਗੱਲ ਵੀ ਤੇ ਸੁਣਨਾ, ਮੇਰੀ ਗੱਲ ਨੂੰ ਸਮਝ। ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ, ਹਰਸੋ ਮੋਰ ਧਿਆਨਾ। ਕਹਿੰਦੇ ਵੇਖ ਤੂੰ ਪਤਾ ਕੀ ਕਹਿਣਾ ਵੀ ਮੈਂ ਬੜਾ ਵੱਡਾ ਬ੍ਰਾਹਮਣ ਤੇ ਮੈਂ ਬੜਾ ਵੱਡਾ ਪੰਡਤ। ਪਰ ਕਹਿੰਦਾ ਸੋਚ ਵੀ ਤੂੰ ਮੰਗਦਾ ਕਿਹਨਾਂ ਦੇ ਕੋਲ ਪਿਆ। ਕਦੀ ਕਿਸੇ ਰਾਜੇ ਦੇ ਦਰਵਾਜ਼ੇ ਅੱਗੇ ਜਾ ਕੇ ਮੰਗਤਾ ਬਣਿਆ ਹੋਣਾ, ਕਦੀ ਕਿਸੇ ਦੇ ਘਰ ਦੇ ਅੱਗੇ ਜਾ ਕੇ ਮੰਗਤਾ ਬਣਿਆ ਹੋਣਾ। ਜਿਹਦਾ ਘਰ ਹੀ ਦਕਸ਼ਣਾ ਦੇ ਉੱਤੇ ਚੱਲਣਾ, ਉਹਨੇ ਤਾਂ ਸਾਰੇ ਘਰ ਦੇ ਵਿੱਚ ਦਰਵਾਜ਼ਾ ਖੜਕਾ ਕੇ ਮੰਗਣਾ ਹੀ ਆ ਨਾ ਵੀ ਲਿਆਓ ਮੇਰੀ ਦਕਸ਼ਣਾ ਦਿਓ। ਬਾਬਾ ਕਬੀਰ ਉਹਨੂੰ ਕਹਿੰਦੇ ਸੀ ਵੀ ਮੈਨੂੰ ਤਾਂ ਤੂੰ ਇਹ ਕਹਿਣਾ ਹੈ ਵੀ ਤੂੰ ਨੀਵਾਂ ਹੈ, ਤੇ ਸ਼ੁਕਰ ਕਰ ਮੇਰੇ ਹਿਰਦੇ ਦੇ ਵਿੱਚ ਤੇ ਮਾਲਕ ਵਸ ਗਿਆ। ਮੈਨੂੰ ਤਾਂ ਕਿਸੇ ਕੋਲੋਂ ਮੰਗਣ ਨਹੀਂ ਜਾਣਾ ਪੈਂਦਾ। ਤੂੰ ਤਾਂ ਕਦੀ ਕਿਸੇ ਰਾਜੇ ਦੇ ਦਰਵਾਜ਼ੇ ਅੱਗੇ ਤੇ ਕਦੀ ਕਿਸੇ ਰਾਜੇ ਦੇ ਦਰਵਾਜ਼ੇ ਅੱਗੇ ਜਾ ਕੇ ਮੰਗਦਾ ਫਿਰਦਾ। ਅਜੇ ਵੀ ਤੂੰ ਆਪਣੇ ਆਪ ਨੂੰ ਉੱਚਾ ਮੰਨੀ ਜਾਂਦਾ। ਤੁਮ ਤੋਂ ਜਾਚੇ ਭੂਪਤ ਰਾਜੇ, ਹਰਸੋ ਮੋਰ ਧਿਆਨਾ। ਇਸ ਕਰਕੇ ਮੁੱਕਦੀ ਗੱਲ ਇੱਥੇ ਹੈ ਵੀ ਜਿਹੜੇ ਲੋਕ ਆਪਣੀ ਹਵਾ ਦੇ ਵਿੱਚ ਤੁਰੇ ਫਿਰਨ ਵੀ ਅਸੀਂ ਬੜੇ ਵੱਡੇ ਗਿਆਨੀ, ਅਸੀਂ ਬੜੇ ਵੱਡੇ ਵਿਦਵਾਨ, ਅਸੀਂ ਬੜੇ ਵੱਡੇ ਆਓ, ਬੜੇ ਵੱਡੇ ਆ, ਇੰਨੇ ਵੱਡੇ ਅਸੀਂ ਲੀਡਰ, ਅਸੀਂ ਲੋਕਾਂ ਦੇ ਵਿੱਚ ਗੱਲਾਂ ਕਿਉਂ ਕਰੀਏ। ਕੀ ਧਿਆਨ ਇਹਨਾਂ ਦੇ ਵੱਲ ਧਿਆਨ ਦੇਣ ਦੀ ਕੀ ਲੋੜ ਪੈ ਗਈ ਹੈ। ਤੁਰੇ ਜਾਣ ਆਪਣੀ ਜ਼ਿੰਦਗੀ ਦੇ ਵਿੱਚ, ਜਿੱਥੇ ਮਰਜ਼ੀ ਤੁਰੇ ਜਾਣ, ਸਾਨੂੰ ਕੀ ਲੱਗੇ ਇਹਨਾਂ ਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਬੀਰ ਤਾਸਿਓ ਪ੍ਰੀਤ ਕਰ। ਸੰਗਤ ਦੇ ਵਿੱਚ ਕੋਈ ਮਾੜਾ ਵੀ ਬੰਦਾ ਹੈ, ਕੋਈ ਬਹੁਤੀ ਉੱਚੀ ਹਸਤੀ ਵੀ ਨਹੀਂ ਹੈ,
ਪਰ ਜੇ ਰੱਬ ਦੀ ਗੱਲ ਸੁਣਾਉਣ ਵਾਲਾ ਹੈ ਨਾ, ਉਹਦੇ ਨਾਲ ਮਿੱਤਰਤਾ ਰੱਖਣੀ ਚਾਹੀਦੀ ਹੈ। ਜਿਹੜੀ ਆਪਣੀਆਂ ਆਕੜ ਦੀਆਂ ਗੱਲਾਂ ਕਰੀ ਫਿਰਦੇ ਨੇ, ਭਾਵੇਂ ਕਿੱਡੇ ਵੀ ਵੱਡੇ ਹੋਣ, ਬਾਬਾ ਕਬੀਰ ਕਹਿੰਦੇ ਸਾਡੀ ਉਹਨਾਂ ਦੇ ਨਾਲ ਮਿੱਤਰਤਾ ਹੈ ਹੀ ਨਹੀਂ। ਕਬੀਰ ਤਾਸਿਓ ਪ੍ਰੀਤ ਕਰ, ਜਾਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ, ਆਵੇਂ ਕੌਣੇ ਕਾਮ। ਇਹ ਸਾਡੀ ਜ਼ਿੰਦਗੀ ਦੇ ਕੀ ਕੰਮ ਆ ਰਹੇ ਨੇ? ਕੋਈ ਵੀ ਵੱਡਾ ਲੀਡਰ ਹੋਵੇ, ਸਾਡਾ ਕੀ ਸਵਾਰਦਾ ਪਿਆ? ਤੇ ਅਸੀਂ, ਸਾਡੇ ਲੋਕ, ਕੋਈ ਐਕਟਰ ਹੋਵੇ, ਸਾਡਾ ਕੀ ਸਵਾਰਦਾ ਪਿਆ? ਸਾਡੇ ਲੋਕ ਭੱਜੇ ਫਿਰਦੇ ਨੇ ਵੀ ਇਹਦੀ ਫੋਟੋ ਵੇਖੋ, ਇਹ ਦੁਨੀਆ ਤੇ ਬੜੇ ਕਮਾਲ ਦਾ ਡਿੱਗਾ ਪਿਆ। ਕੀ ਹੈ? ਕੁਝ ਵੀ ਨਹੀਂ ਹੈ। ਪਰ ਗੱਲ ਤੇ ਸਮਝਣ ਦੀ ਹੈ ਨਾ। ਬਾਬਾ ਕਬੀਰ ਅਗਲਾ ਬੋਲ ਕਹਿੰਦੇ ਨੇ, ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਿਧਾ ਜਾਏ, ਭਾਵੈ ਲਾਂਬੇ ਕੇਸ ਕਰ, ਭਾਵੈ ਘਰਰ ਮੁੰਡਾਏ। ਹੁਣ ਇਹ ਜਿਹੜਾ ਸ਼ਲੋਕ ਹੈ ਨਾ, ਬੜੇ ਲੋਕ ਆਪਣੇ ਤਰੀਕੇ ਨਾਲ ਵਰਤ ਲੈਂਦੇ ਨੇ। ਮੈਂ ਪਹਿਲਾਂ ਸਿੱਧੇ ਸਿੱਧੇ ਅਰਥ ਕਰ ਦੇਵਾਂ। ਬਾਬਾ ਕਬੀਰ ਕਹਿੰਦੇ ਨੇ ਵੀ ਜਿਹੜੀ ਦੁਬਿਧਾ ਹੈ ਨਾ, ਡੁਐਲਿਟੀ ਹੈ ਮਨ ਦੇ ਵਿੱਚ, ਦੁਚਿੱਤਾਪਨ ਹੈ, ਉਹ ਤਾਂ ਜਾਂਦਾ ਹੈ ਜੇ ਇੱਕ ਮਾਲਕ ਦੇ ਨਾਲ ਪਿਆਰ ਕਰ ਲਈਏ। ਦੁਬਿਧਾ ਤਾਂ ਦੂਰ ਹੋਵੇਗੀ ਜੇ ਇੱਕ ਦੇ ਵੱਲ ਆਏ ਆ, ਕਿਉਂਕਿ ਦੋ ਖਿਆਲ ਹੋਣਗੇ ਤੇ ਦੁਬਿਧਾ ਦੂਰ ਨਹੀਂ ਹੁੰਦੀ। ਪ੍ਰੀਤ ਇੱਕ ਸਿਉ ਕੀਏ, ਇੱਕ ਨੂੰ ਪ੍ਰੀਤ ਕਰਨ ਦੇ ਨਾਲ, ਵਾਹਿਗੁਰੂ ਨੂੰ ਪਿਆਰ ਕਰਨ ਦੇ ਨਾਲ ਅੰਦਰੋਂ ਦੁਬਿਧਾ ਦੂਰ ਹੋ ਜਾਂਦੀ ਹੈ। ਤੇ ਫਿਰ ਕਹਿੰਦੇ ਜੇ ਅੰਦਰੋਂ ਦੁਬਿਧਾ ਦੂਰ ਨਹੀਂ ਹੋਈ ਤੇ ਫਿਰ ਭਾਵੇਂ ਤੂੰ ਕੇਸ ਲੰਬੇ ਕਰ ਲਾ ਤੇ ਭਾਵੇਂ ਉਹਨੂੰ ਰੋੜ ਭੋੜ ਕਰ ਲੈ, ਬਿਲਕੁਲ ਮੁਨਾ ਲੈ, ਕੀ ਫਰਕ ਪਵੇਗਾ ਇਹਨਾਂ ਗੱਲਾਂ ਦੇ ਨਾਲ ਜੇ ਤੇਰੇ ਅੰਦਰੋਂ ਦੁਬਿਧਾ ਹੀ ਓਨੀ ਹੈ। ਹੁਣ ਬੜਿਆਂ ਨੇ ਇਹਦੇ ਅਰਥ ਇੱਦਾਂ ਕਰਨੇ ਸ਼ੁਰੂ ਕਰ ਦਿੱਤੇ ਜੀ, ਵੇਖੋ ਜੀ ਬਾਬਾ ਕਬੀਰ ਸਾਹਿਬ ਤੇ ਕਹਿੰਦੇ ਨੇ ਵੀ ਕੇਸ ਰੱਖਣ ਦਾ ਕੀ ਫਾਇਦਾ ਹੋਇਆ, ਤੇ ਬਾਬਾ ਕਬੀਰ ਇਹ ਵੀ ਤੇ ਨਾਲ ਹੀ ਕਹਿ ਰਹੇ ਵੀ ਕੇਸ ਕਟਾਉਣ ਦਾ ਕੀ ਫਾਇਦਾ ਹੋਇਆ। ਉਹ ਤਾਂ ਘੜੜ ਮੰਡਾਉਣ ਦੀ ਵੀ ਗੱਲ ਨਾਲ ਹੀ ਕਰਦੇ ਪਏ ਨੇ। ਜੇ ਅਸੀਂ ਇਹ ਕਹੀਏ ਨਾ ਵੀ ਬਾਬਾ ਕਬੀਰ ਕਹਿੰਦੇ ਵੀ ਭਾਵੇਂ ਲਾਂਬੇ ਕੇਸ ਕਰ, ਤੂੰ ਬਸ ਇੰਨਾ ਕਿਤੇ ਲੈ ਲਿਆ, ਤੇ ਘੜੜ ਮੰਡਾਉਣ ਦੀ ਗੱਲ ਵੀ ਤੇ ਨਾਲ ਹੀ ਕਰਦੇ ਪਏ ਨੇ। ਅਸਲ ਦੇ ਵਿੱਚ ਇਹ ਗੱਲ ਇੱਦਾਂ ਹੈ, ਸਾਡੇ ਦੇਸ਼ ਦੇ ਵਿੱਚ ਦੋ ਫਿਰਕੇ ਪ੍ਰਚਲਿਤ ਰਹੇ ਨੇ ਸਾਧੂਆਂ ਦੇ, ਜੇਕਰ ਤੁਸੀਂ ਵੇਖੇ ਹੋਣਗੇ। ਦੋਵਾਂ ਫਿਰਕਿਆਂ ਦੇ ਵਿੱਚੋਂ ਇੱਕ ਫਿਰਕਾ ਉਹ ਹੈ ਜਿਹੜਾ ਕੇਸਾਂ ਨੂੰ ਜਟਾਵਾਂ ਬਣਾ ਲੈਂਦਾ ਹੈ, ਜੜਾਵਾਂ ਬਣਾ ਲੈਂਦਾ ਹੈ। ਉਹ ਫਿਰ ਕੀ ਕਰਦੇ ਹੁੰਦੇ ਸੀ ਵੀ ਉਹਨਾਂ ਨੇ ਸਿਰ ਸਾਫ਼ ਨਹੀਂ ਕਰਨੇ, ਬੋੜ ਦਾ ਦੁੱਧ ਲਗਾ ਕੇ ਤੇ ਉਹਨਾਂ ਨੇ ਜੜਾਵਾਂ ਬਣਾ ਲੈਣੀਆਂ। ਉਹ ਇੱਦਾਂ ਦੇ ਹੁੰਦੇ ਸੀ ਵੀ ਹੁਣ ਤੁਸੀਂ ਵੀ ਵੇਖੇ ਹੋਣਗੇ, ਜਟਾਧਾਰੀ ਸਾਧੂ ਕਿੰਨੇ ਹੁੰਦੇ ਸੀ, ਜਟਾਵਾਂ ਬਣਾ ਲੈਣੀਆਂ ਉਹਨਾਂ ਨੇ ਸਿਰ ਦੇ ਉੱਤੇ। ਬਸ ਉਹਨਾਂ ਨੇ, ਉਹ ਜਟਾਧਾਰੀ ਸਾਧੂ ਕਿਹਾ ਜਾਂਦਾ ਸੀ। ਉਹਨਾਂ ਨੂੰ ਕਿਹਾ ਹੈ ਵੀ ਇੱਦਾਂ ਦੇ ਕੇਸ ਲੰਬੇ ਕਰ ਲੈਣੇ। ਅਸੀਂ ਕੀ ਲੰਬੇ ਕਰਦੇ ਹਾਂ? ਜਿੱਦਾਂ ਦੀ ਕੁਦਰਤ ਨੇ ਦਿੱਤੇ ਨੇ ਬਸ ਉੱਦਾਂ ਦੇ ਰੱਖਦੇ ਪਏ। ਅਸੀਂ ਤਾਂ ਕੋਈ ਸੰਭਾਲਦੇ ਪਏ ਹਾਂ, ਅਸੀਂ ਜੜਾਵਾਂ ਥੋੜ੍ਹਾ ਰੱਖੀਆਂ ਹੋਈਆਂ ਨੇ। ਸਾਨੂੰ ਮਾਲਕ ਨੇ ਕੰਘਾ ਦਿੱਤਾ, ਇਸੇ ਕਰਕੇ ਦਿੱਤਾ ਵੀ ਭਾਈ ਇਹਨਾਂ ਦੀ ਸੰਭਾਲ ਕਰਨੀ ਹੈ। ਜਿੱਦਾਂ ਤੁਸੀਂ ਬਾਕੀ ਸਰੀਰ ਦੀ ਸੰਭਾਲ ਕਰਦੇ ਜੇ, ਇੱਦਾਂ ਸਰੀਰ ਦੇ ਕੇਸਾਂ ਦੀ ਸੰਭਾਲ ਵੀ ਕਰੋ। ਜੇ ਇਹ ਨਾ ਹੋਣ ਤਾਂ ਵੇਖੋ ਬੰਦਾ ਕਿੱਦਾਂ ਦਾ ਲੱਗਦਾ ਭਲਾ, ਸੋਚੋ ਹਾਂ। ਜੇ ਮਾਲਕ ਸਿਰ ਦੇ ਉੱਤੇ ਕੇਸ ਨਾ ਦੇਵੇ, ਜਿਨ੍ਹਾਂ ਦੇ ਨਹੀਂ ਹੁੰਦੇ ਉਹ ਦਵਾਈਆਂ ਖਾਂਦੇ ਫਿਰਦੇ ਨੇ, ਜਿਨ੍ਹਾਂ ਦੇ ਹੁੰਦੇ ਨੇ ਉਹ ਉਡਾਉਂਦੇ ਫਿਰਦੇ ਨੇ। ਇਹ ਇੱਦਾਂ ਦੀ ਗੱਲ ਹੈ। ਤੁਸੀਂ ਦੇਖਦੇ ਜੇ ਇਸ ਗੱਲ ਨੂੰ। ਰੱਬ ਨਾ ਕਰੇ ਤੁਸੀਂ ਕਿਤੇ ਵੇਖ ਲੈਣਾ ਬੱਚਿਆਂ ਦੇ ਨਾ ਕੇਸ ਭਲਾ ਸਿਰ ਦੇ ਉੱਤੇ ਉੱਗਦੇ ਹੋਣ। ਵੇਖਿਓ ਕਿੱਥੋਂ ਕਿੱਥੋਂ ਲੋਕ ਦਵਾਈਆਂ ਖਾਣ ਜਾਂਦੇ ਨੇ, ਕਿਉਂਕਿ ਜ਼ਰੂਰੀ ਨੇ, ਲੋਕਾਂ ਨੂੰ ਪਤਾ ਵੀ ਇਹ ਹੋਣੇ ਚਾਹੀਦੇ ਨੇ। ਅਸਲ ਦੇ ਵਿੱਚ ਦੋ ਫਿਰਕੇ ਸੀ। ਇੱਕ ਉਹ ਸੀ ਜਿਹੜੇ ਬਸ ਕੇਸ ਲੰਬੇ ਕਰਕੇ ਤਾਂ ਬਾਅਦ ਜਟਾਵਾਂ ਬਣਾ ਲੈਂਦੇ ਹੁੰਦੇ ਸੀ, ਦੁੱਧ ਲਾ ਕੇ ਜੜਾਵਾਂ ਬਣਾ ਲੈਣੀਆਂ ਉਹਨਾਂ ਨੇ। ਤੇ ਦੂਜੇ ਉਹ ਹੁੰਦੇ ਸੀ ਜਿਨ੍ਹਾਂ ਨੇ ਬਿਲਕੁਲ ਹੀ ਉਹ ਰੋਂਡ ਬੋੜ ਕਰ ਲੈਣਾ ਕੰਮ, ਜਿਨ੍ਹਾਂ ਨੇ ਬਿਲਕੁਲ ਹੀ ਸਿਰ ਦੇ ਉੱਤੇ ਗੰਜ ਕਰਾ ਲੈਣੀ। ਵੈਸੇ ਜਿਹੜਾ ਮੁੰਡਾ ਲਫ਼ਜ਼ ਹੈ ਨਾ, ਉਹ ਬਣਿਆ ਹੀ ਮੁੰਡਨ ਤੋਂ ਹੈ। ਤੁਸੀਂ ਅਜੇ ਵੀ ਵੇਖਦੇ ਹੋਵੋਗੇ ਕਈਆਂ ਘਰਾਂ ਦੇ ਵਿੱਚ ਇੱਦਾਂ ਹੁੰਦਾ। ਚਲੋ ਸਿੱਖੀ ਨੇ ਬਚਾਇਆ ਹੈ ਸਾਨੂੰ, ਇੱਦਾਂ ਦਾ ਸਾਡੇ ਵਿੱਚ ਤੇ ਹੈ ਨਹੀਂ ਹੈ। ਜਦੋਂ ਕਿਸੇ ਦੇ ਘਰ ਦੇ ਵਿੱਚ ਉਹਨਾਂ ਦਾ ਪਿਤਾ ਜਾਂ ਵੱਡਾ ਕੋਈ ਚੜ੍ਹਾਈ ਕਰ ਜਾਂਦਾ ਤੇ ਉਹ ਵੇਖੋ ਬੱਚਿਆਂ ਨੂੰ ਕੀ ਕਰਦੇ ਨੇ, ਬੱਚੇ ਦਾ ਮੁੰਡਨ ਕਰ ਦਿੰਦੇ ਨੇ। ਬੱਚੇ ਸਿਰ ਮਨਾ ਲੈਂਦੇ ਨੇ ਉਹਨਾਂ ਦੇ। ਸਿਰ ਮਨਾਉਣ ਦਾ ਮਤਲਬ ਇਹ ਹੁੰਦਾ ਸੀ, ਵੈਸੇ ਸਿਰ ਮਨਾਉਣ ਦਾ ਮਤਲਬ ਵੀ ਮਾਫ਼ ਕਰਨਾ ਇਹ ਹੁੰਦਾ ਸੀ ਵੀ ਕੋਈ ਚੜ੍ਹਾਈ ਕਰ ਗਿਆ। ਬਚਪਨ ਦੇ ਵਿੱਚ ਵੀ ਉਹਦਾ ਮੁੰਡਨ ਸੰਸਕਾਰ ਕਰਦੇ ਨੇ ਬੱਚੇ ਦਾ, ਇੱਕ ਜੜਾਵਾਂ ਰੱਖਦੇ ਨੇ। ਸਾਡੇ ਵਿੱਚ ਜੜਾਵਾਂ ਰੱਖਣ ਦਾ ਵਿਧਾਨ ਹੈ ਹੀ ਨਹੀਂ, ਜੜਾਵਾਂ ਵੱਜਣੀਆਂ ਹੀ ਨਹੀਂ ਚਾਹੀਦੀਆਂ ਪਹਿਲਾਂ ਹੀ। ਜਦੋਂ ਉਹਦਾ ਸਿਰ ਸਖਤ ਹੋ ਗਿਆ ਹੈ ਬੱਚੇ ਦਾ, ਵੀ ਹਾਂ ਇਹਦੇ ਉੱਤੇ ਬਰੱਸ਼ ਚੱਲ ਸਕਦਾ ਹੈ, ਕੰਘੀ ਸਖਤ ਨਹੀਂ, ਬਰੱਸ਼ ਨੋਰਮਲ ਸੌਫਟ ਜਿਹਾ ਹੋਵੇ, ਉਹ ਚੱਲ ਸਕਦਾ ਹੈ, ਤੇ ਉਦੋਂ ਉਹਦੇ ਕੇਸਾਂ ਦੇ ਵਿੱਚ ਕੰਘਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਨਹੀਂ ਉਡੀਕਣਾ ਵੀ ਪਹਿਲਾਂ ਜੜਾਵਾਂ ਲਵਾਵਾਂਗੇ ਤੇ ਫਿਰ ਅਸੀਂ ਦੁਬਾਰਾ ਕੰਘੀ ਲਾਉਣੀ ਹੈ, ਨਹੀਂ। ਕੇਸ ਉਹੀ ਨੇ ਜਿਹੜੇ ਬਚਪਨ ਤੋਂ ਬੱਚੇ ਦੇ ਨਾਲ ਨੇ, ਉਹੀ ਕੇਸ ਸਾਬਤ ਰੱਖਣੇ ਨੇ। ਇਹ ਸਾਡੀ ਰਿਆਤ ਮਰਿਆਦਾ ਦਾ ਫੈਸਲਾ ਹੈ। ਚਲੋ ਇਹ ਵਿਸ਼ਾ ਨਹੀਂ ਹੈ ਇੱਥੇ। ਇੱਕ ਉਹ ਨੇ ਜਿਨ੍ਹਾਂ ਨੇ ਬਿਲਕੁਲ ਹੀ ਸਿਰ ਦੇ ਤੋਂ ਮਨਵਾ ਕੇ ਰੱਖ ਦੇਣਾ। ਤੇ ਮੁੰਡਾ ਲਫ਼ਜ਼ ਬਣਿਆ ਹੀ ਅਸਲ ਦੇ ਵਿੱਚ ਮੁੰਡਨ ਤੋਂ ਹੈ। ਆਪਾਂ ਕਹਿੰਦੇ ਵੀ ਤੂੰ ਕਿਹਦਾ ਮੁੰਡਾ, ਉਹ ਮੁੰਡਾ ਲਫ਼ਜ਼ ਇੱਥੋਂ ਨਿਕਲਿਆ ਹੋਇਆ ਹੈ। ਇਸ ਕਰਕੇ ਸਾਡੇ ਵਿੱਚ ਭੁਜੰਗੀ ਸ਼ਬਦ ਵਰਤਿਆ ਜਾਂਦਾ ਸੀ, ਪਰ ਹੁਣ ਵਰਤਦੇ ਹੀ ਨਹੀਂ ਆਪਾਂ।
ਵੈਸੇ ਪੰਜਾਬੀ ਦੇ ਵਿੱਚ ਤੇ ਬੜਾ ਇਹਦੇ ਲਈ ਬੜਾ ਸੋਹਣਾ ਸ਼ਬਦ ਹੈ। ਅਸੀਂ ਕਹਿੰਦੇ ਵੀ ਤੂੰ ਕਿਹਦਾ ਪੁੱਤ ਹੈ, ਪੁੱਤਰ ਲਫ਼ਜ਼ ਵਰਤਿਆ ਜਾਂਦਾ ਹੈ। ਮੁੰਡਾ ਲਫ਼ਜ਼ ਕੋਈ ਬਹੁਤਾ ਵਧੀਆ ਲਫ਼ਜ਼ ਨਹੀਂ ਹੈ। ਵੈਸੇ ਵੀ ਉਹ ਕਿਸੇ ਨੂੰ ਕਹਿਣਾ ਹੋਵੇ ਵੀ ਤੂੰ ਕਿਹਦਾ ਪੁੱਤ ਹੈ, ਤੇ ਬੜਾ ਸੋਹਣਾ ਲਫ਼ਜ਼ ਲੱਗਦਾ ਉਹਦਾ, ਤੂੰ ਕਿਹਦਾ ਮੁੰਡਾ, ਉਹ ਇੰਝ ਲੱਗਦਾ ਵੀ ਨਾ ਤਾਂ ਪੁੱਛਣ ਵਾਲੇ ਨੂੰ ਪਤਾ ਤਾਂ ਨਾ ਦੱਸਣ ਵਾਲੇ ਨੂੰ ਪਤਾ ਵੀ ਕਿਹੜੇ ਤਰੀਕੇ ਨਾਲ ਦੱਸਣਾ। ਇਹ ਬੜਾ ਫਰਕ ਹੁੰਦਾ। ਤੁਸੀਂ ਆਪਣੀ ਬੋਲੀ ਦੇ ਵਿੱਚੋਂ ਹੈ ਤਾਂ ਛੋਟੀਆਂ ਛੋਟੀਆਂ ਗੱਲਾਂ ਨੇ, ਮੈਂ 1 ਸੈਕਿੰਡ ਬਸ ਵਿਸ਼ੇ ਦੇ ਵਿੱਚੋਂ ਬਾਹਰ ਨਿਕਲ ਕੇ ਗੱਲ ਕਰਾਂਗਾ। ਕਿਸੇ ਨੂੰ ਇਹ ਕਹਿਣਾ ਹੋਵੇ ਨਾ ਵੀ ਤੂੰ ਕਿਹਦੀ ਧੀ ਹੈ, ਤੇ ਅਗਲੇ ਨੂੰ ਵੀ ਪਤਾ ਲੱਗਦਾ ਵੀ ਉਹਨੇ ਨਾ ਬੜੀ ਸੈਂਸ ਦੇ ਵਿੱਚ ਪੁੱਛਿਆ, ਬੜੀ ਰਿਸਪੈਕਟ ਦੇ ਵਿੱਚ ਪੁੱਛਿਆ ਵੀ ਤੂੰ ਕਿਹਦੀ ਧੀ ਹੈ। ਅਗਲੀ ਨੂੰ ਵੀ ਪਤਾ ਹੁੰਦਾ ਵੀ ਮੈਂ ਕਿੱਦਾਂ ਜਵਾਬ ਦੇਣਾ ਵੀ ਹਾਂ ਮੈਂ ਉਹਦੀ ਧੀ ਹਾਂ। ਤੇ ਜੇ ਅਗਲੇ ਨੂੰ ਪੁੱਛੋ ਵੀ ਤੂੰ ਕਿਹਦੀ ਕੁੜੀ ਹੈ, ਅਗਲੀ ਨੇ ਜਵਾਬ ਵੀ ਤਾਂ ਫਿਰ ਉੱਦਾਂ ਹੀ ਦੇਣਾ, ਉਹਨੇ ਭਾਵੇਂ ਬਾਪੂ ਦਾਦਾ ਹੀ ਨਾਂ ਲੈ ਦੇਵੇ। ਇਸ ਕਰਕੇ ਇਹ ਬੜੇ ਲਫ਼ਜ਼ ਹੁੰਦੇ ਨੇ, ਹੈ ਤੇ ਦੋਵੇਂ ਕੁੜੀ ਲਫ਼ਜ਼ ਤੇ ਧੀ ਲਫ਼ਜ਼, ਮੁੰਡਾ ਲਫ਼ਜ਼ ਤੇ ਪੁੱਤ ਲਫ਼ਜ਼ ਇੱਕੋ ਜਿਹੀ ਨੇ, ਪਰ ਸੈਂਸ ਕਿਹੜੀ ਹੈ ਇਹਨਾਂ ਲਫ਼ਜ਼ਾਂ ਦੀ। ਬੜਾ ਸੌਖਾ ਜਿਹਾ ਪਿਆਰ ਦੇ ਨਾਲ ਬੋਲਣ ਵਾਲਾ ਇਹ ਵਿਸ਼ਾ ਹੈ ਵੀ ਬੱਚੇ ਨੂੰ ਆਪਾਂ ਧੀ ਕਹਿੰਦੇ ਹਾਂ, ਪੁੱਤ ਕਹਿੰਦੇ ਹਾਂ, ਤੇ ਕਿ ਬੱਚੇ ਨੂੰ ਆਪਾਂ ਬਸ ਕੁੜੀ ਮੁੰਡਾ ਹੀ ਕਹਿ ਕੇ ਕੀ ਸਾਰੀ ਜਾਂਦੇ ਹਾਂ, ਉਹ ਥੋੜ੍ਹਾ ਜਿਹਾ ਇਸ ਪਾਸੇ ਦੀ ਗੱਲ ਹੈ। ਚਲੋ ਮਹਾਰਾਜ ਕਿਰਪਾ ਕਰੇ ਅਸੀਂ ਵਿਸ਼ੇ ਦੇ ਵੱਲ ਆਈਏ। ਬਾਬਾ ਕਬੀਰ ਕਹਿੰਦੇ ਨੇ ਵੀ ਭਾਈ ਅਸਲ ਦੇ ਵਿੱਚ ਜਿਹੜੇ 2 ਤਬਕੇ ਨੇ ਨਾ, ਇੱਕ ਤੇ ਰੋਡ ਮੋੜ ਹੋ ਜਾਣ ਵਾਲੇ ਤੇ ਦੂਜੇ ਜੜਾਵਾਂ ਰੱਖਣ ਵਾਲੇ। ਜਿਹੜੇ ਬਿਲਕੁਲ ਸਿਰ ਤੋਂ ਵਾਲ ਕਟਾ ਲੈਂਦੇ ਸੀ, ਗੰਜੇ ਹੋ ਜਾਂਦੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਬਸ ਰੱਬ ਸਾਡੇ ਵੱਸ ਦੇ ਵਿੱਚ ਹੀ ਹੈ। ਰੁੰਡਿਤ ਮੁੰਡਿਤ ਇੱਕ ਹੈ ਸ਼ਬਦੀ ਏਕ ਹੈ ਸਿੱਧ ਪਾਈ। ਉਹਨਾਂ ਨੂੰ ਇੰਝ ਲੱਗਦਾ ਸੀ ਵੀ ਬਸ ਰੱਬ ਸਾਡੇ ਵੱਸ ਦੇ ਵਿੱਚ ਹੋ ਗਿਆ। ਕਿਉਂਕਿ ਅਸੀਂ ਤੇ ਜੜਾਵਾਂ ਜਿਹੜੀਆਂ ਨੇ ਕਟਾਤੀਆਂ ਸੀ, ਜੜਾਵਾਂ ਨਹੀਂ ਰੱਖਦੇ, ਇਸ ਕਰਕੇ ਰੱਬ ਸਾਡੇ ਵੱਸ ਦੇ ਵਿੱਚ। ਤੇ ਦੂਜੇ ਜਿਹੜੇ ਜੋਗੀ ਹੁੰਦੇ ਸੀ, ਸਾਧੂ ਹੁੰਦੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਜਿਹੜੇ ਰੋਡੇ ਮੋਢੇ ਤੁਰੇ ਫਿਰਦੇ ਨੇ ਉਹਨਾਂ ਦੇ ਨਾਲੋਂ ਅਸੀਂ ਚੰਗੇ ਹਾਂ, ਕਿਉਂਕਿ ਅਸੀਂ ਜੜਾਵਾਂ ਰੱਖਦੇ ਪਏ ਹਾਂ। ਜਟਾਧਾਰੀ ਉਹਨਾਂ ਨੂੰ ਕਿਹਾ ਜਾਂਦਾ ਸੀ। ਜਟਾ ਧਾਰ ਧਾਰ ਜੋਗੀ ਮੂਏ, ਬਾਬਾ ਕਬੀਰ ਸਾਹਿਬ ਦਾ ਹੀ ਬੋਲ ਹੈ। ਮਨ ਰੇ ਸੰਸਾਰ ਅੰਧ ਗਹਿਰਾ ਵਾਲਾ ਸ਼ਬਦ ਹੈ। ਹੁਣ ਉੱਥੇ ਮੁੱਕਦੀ ਗੱਲ ਇਹ ਨਹੀਂ ਹੈ। ਆਮ ਲੋਕ ਤੇ ਕੇਸ ਰੱਖਦੇ ਹੁੰਦੇ ਸੀ। ਜਿਹੜੇ ਆਮ ਲੋਕ ਸੀ ਨਾ ਤੇ ਉਹ ਜੜਾਵਾਂ ਰੱਖਦੇ ਹੁੰਦੇ ਸੀ ਤੇ ਨਾ ਕਟਾਉਂਦੇ ਹੁੰਦੇ ਸੀ। ਆਮ ਲੋਕਾਂ ਦੀ ਹਾਲਤ ਸਾਡੇ ਵਰਗੀ ਹੁੰਦੀ ਸੀ ਵੀ ਭਾਈ ਕੰਘਾ ਕਰਦੇ ਰਹਿਣਾ ਉਹਨਾਂ ਨੇ, ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਵੀ ਹੋਵੇ, ਕੇਸ ਰੱਖਦੇ ਹੁੰਦੇ ਸੀ। ਪਹਿਲਾਂ ਕੇਸ ਹੁੰਦੇ ਸੀ ਸਾਰਿਆਂ ਦੇ ਸਿਰ ਦੇ ਉੱਤੇ, ਪੁਰਸ਼ਾਂ ਦੇ ਵੀ, ਬੀਬੀਆਂ ਦੇ ਤੇ ਅਜੇ ਵੀ ਹੁੰਦੇ ਨੇ। ਇਸ ਕਰਕੇ ਅਸੀਂ ਜਦੋਂ ਉਸ ਚੀਜ਼ ਨੂੰ ਵੇਖਦੇ ਹਾਂ, ਮੁੱਖ ਗੱਲ ਉੱਥੇ ਇਹ ਸੀ। ਬਾਬਾ ਕਬੀਰ ਕਹਿੰਦੇ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਿਧਾ ਜਾਏ। ਉਹ ਭਾਈ ਤੁਸੀਂ ਇਹਨਾਂ ਹੀ ਚੀਜ਼ਾਂ ਦੇ ਉੱਤੇ ਇੰਨੇ ਜ਼ਿਆਦਾ ਜੁੜ ਚੁੱਕੇ, ਜੇ ਤੁਹਾਨੂੰ ਲੱਗਦਾ ਵੀ ਬਸ ਰੋਡ ਮੋੜ ਹੋ ਗਏ ਤੇ ਰੱਬ ਤੁਹਾਡਾ ਹੋ ਗਿਆ, ਜੜਾਵਾਂ ਰੱਖ ਲੀਆਂ ਤੇ ਰੱਬ ਤੁਹਾਡਾ ਹੋ ਗਿਆ, ਅੰਦਰ ਤੁਹਾਡੇ ਤੇ ਉੱਦਾਂ ਹੀ ਦੁਬਿਧਾ ਤੁਰੀ ਫਿਰਦੀ ਹੈ। ਅੰਦਰ ਤੁਹਾਡੇ ਡੁਐਲਿਟੀ ਉੱਦਾਂ ਹੀ ਚੱਲਦੀ ਪਈ ਹੈ। ਰੱਬ ਦੇ ਬਾਰੇ ਤੁਹਾਨੂੰ ਕੋਈ ਸਮਝ ਨਹੀਂ, ਕੋਈ ਰੱਬ ਦਾ ਸਕੂਨ, ਕੋਈ ਰੱਬ ਦੀ ਗੱਲ ਦਾ ਸੁੱਖ ਤੁਹਾਡੇ ਪੱਲੇ ਨਹੀਂ, ਕੋਈ ਰੱਬ ਦੀ ਗੱਲ ਤੁਹਾਡੇ ਕੋਲੋਂ ਸੁਣਨ ਨੂੰ ਨਹੀਂ ਮਿਲਦੀ। ਤੇ ਤੁਸੀਂ ਪਤਾ ਕੀ ਕਹਿੰਦੇ ਨੇ ਜੇ ਵੀ ਰੱਬ ਤੇ ਸਾਡੇ ਕੋਲ ਹੈ। ਤੁਸੀਂ ਸਿਰਫ ਚਿੰਨ੍ਹਾਂ ਦੇ ਵਿੱਚ ਹੀ ਰੱਬ ਸਮਝਦੇ ਫਿਰਦੇ ਜੇ ਵੀ ਆਹ ਕਰਾ ਲਿਆ ਤੇ ਰੱਬ ਤੁਹਾਡੇ ਕੋਲ ਹੋ ਗਿਆ। ਬਾਬਾ ਕਬੀਰ ਕਹਿੰਦੇ ਅਸਲ ਦੇ ਵਿੱਚ ਦੁਬਿਧਾ ਨਹੀਂ ਨਾ ਦੂਰ ਹੁੰਦੀ, ਤਾਂ ਕਰਕੇ ਇਹ ਪ੍ਰੋਬਲਮ ਆਉਂਦੀ ਹੈ। ਔਰ ਮੈਂ ਇੱਕ ਬਚਨ ਆਪ ਜੀ ਦੇ ਅੱਗੇ ਰੱਖ ਦੇਵਾਂ। ਦੁਬਿਧਾ ਹੈ ਕੀ ਹੈ? ਦੁਬਿਧਾ ਬਸ ਇਹੀ ਹੈ, ਜਦੋਂ 2 ਦਿਨ ਅਸੀਂ ਪਾਠ ਕਰ ਲੈਂਦੇ ਹਾਂ ਨਾ, ਤੇ ਤੀਜੇ ਦਿਨ ਸਾਨੂੰ ਇੰਝ ਲੱਗਣ ਲੱਗ ਪੈਂਦਾ ਵੀ ਬਸ ਕਰ ਇੰਨਾ ਪਾਠ ਕਰ ਲੈਣਾ। 2 ਦਿਨ ਗੁਰਦੁਆਰੇ ਆ ਜਾਂਦੇ ਆ ਨਾ, ਫਿਰ ਲੱਗਣ ਲੱਗ ਪੈਂਦਾ ਵੀ ਲੈ ਇੰਨਾ ਤੇ ਹੋ ਗਿਆ, 40 ਦਿਨ ਤੇ ਹੋ ਗਏ, ਹੋਰ ਕਿੰਨੇ ਕੁ ਚਾਹੀਦੇ ਨੇ। ਬੇਨਤੀ ਕਰਾਂ, ਚਲੋ ਤੁਸੀਂ ਤੇ ਰੋਜ਼ ਬੈਠਦੇ ਜੇ, ਮੈਂ ਵਾਰ-ਵਾਰ ਕਹਿਣਾ ਨਾ, ਜਿਹੜੇ ਕੁਝ ਵੇਖੋ ਨਾ ਉਹ ਇੱਦਾਂ ਆਉਂਦੇ ਨੇ, ਆਪਾਂ ਹਿਸਾਬ ਲਾ ਲਈ ਵੀ ਉਹਨਾਂ ਨੇ ਰੱਬ ਦੇ ਨਾਲ ਸੌਦੇਬਾਜ਼ੀ ਕਰਨ ਆਉਣਾ ਹੁੰਦਾ ਵੀ 21 ਦਿਨ ਆ ਗਏ ਹੋਰ ਥੋੜ੍ਹਾ ਹੈ ਕਿਤੇ, 40 ਦਿਨ ਆ ਗਏ ਹੋਰ ਕਿਤੇ ਥੋੜ੍ਹਾ ਇਹ ਪਾਸਾ। ਮਹਾਰਾਜ ਉਹਨਾਂ ਬੰਦਿਆਂ ਲਈ ਕਹਿੰਦੇ ਨੇ ਵੀ ਭਾਈ ਅੰਦਰੋਂ ਤੇ ਦੁਬਿਧਾ ਤੁਹਾਡੇ ਉੱਦਾਂ ਹੀ ਚੱਲਦੀ ਪਈ ਹੈ, ਅੰਦਰੋਂ ਤੇ ਤੁਹਾਡਾ ਯਕੀਨ ਜੁੜਿਆ ਹੀ ਨਹੀਂ, ਬਾਹਰੋਂ ਤੁਸੀਂ ਸਾਰਾ ਕੁਝ ਹੀ ਕਰੀ ਜਾਂਦੇ ਜੇ ਤੁਹਾਨੂੰ ਲੱਗਦਾ ਵੀ ਯਕੀਨ ਜੁੜ ਗਿਆ। ਤੇ ਇੱਕ ਬਚਨ ਕਹਿ ਦੇਵਾਂ, ਬਾਬਾ ਕਬੀਰ ਕਹਿੰਦੇ ਨੇ ਵੀ ਜੇਕਰ ਇਸ ਧਰਤੀ ਦੇ ਉੱਤੇ ਸਭ ਤੋਂ ਖਤਰਨਾਕ ਚੀਜ਼ ਕੋਈ ਹੈ ਤਾਂ ਤੁਹਾਡੀ ਦੁਬਿਧਾ ਹੈ। ਜਦੋਂ ਅਸੀਂ ਕਿਸੇ ਕੰਮ ਨੂੰ ਕਰਨ ਲੱਗਦੇ ਹਾਂ ਨਾ, ਤੇ ਸਾਨੂੰ ਲੱਗਦਾ ਬੜਾ ਵਧੀਆ ਕੰਮ ਹੈ, ਪਰ ਧਿਆਨ ਦੇ ਨਾਲ ਵੇਖਿਓ 10 ਕੁ ਦਿਨ ਅਸੀਂ ਕਰਦੇ ਹਾਂ, ਸਾਨੂੰ ਉਹੀ ਕੰਮ ਖੁਦ ਹੀ ਬੁਰਾ ਲੱਗਣ ਲੱਗ ਪੈਂਦਾ ਵੀ ਕਰਦੇ ਤੇ ਪਏ ਹਾਂ, ਕਿਤੇ ਸਹੀ ਕਰਦੇ ਪਏ ਹਾਂ, ਕਰਦੇ ਰਹੇ ਹਾਂ ਕਿਤੇ ਚੰਗਾ ਹੀ ਕਰਦੇ ਪਏ ਹਾਂ। ਇਸ ਕਰਕੇ ਵੇਖ ਲਿਓ, ਅਸੀਂ 10 ਦਿਨ ਪੂਰੇ ਜ਼ੋਰ ਦੇ ਨਾਲ ਕੰਮ ਕਰਾਂਗੇ, ਬਾਅਦ ਲੱਭਦੇ ਹੀ ਨਹੀਂ ਵੀ ਕਿੱਥੇ ਚਲੇ ਗਏ। ਵੇਖ ਲੈਣਾ, ਸਾਡੀ ਰੂਟੀਨ ਇੱਦਾਂ ਦੀ ਹੁੰਦੀ ਹੈ। ਔਰ ਇਸੇ ਕਰਕੇ ਜਿਹੜੇ ਵਿਚਾਰਵਾਨ ਹੁੰਦੇ ਸੀ ਵੀ ਲਗਾਤਾਰ ਕਿਸੇ ਕੰਮ ਨੂੰ ਕੀਤਾ ਜਾਵੇ, ਮਨ ਮਾਰਨ ਦੀ ਗੱਲ ਇਹੋ ਹੀ ਤੇ ਹੁੰਦੀ ਹੈ। ਬਾਬਾ ਕਬੀਰ ਕਹਿੰਦੇ ਨੇ ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ। ਇਹ ਦੁਬਿਧਾ, ਇਹ ਡੁਐਲਿਟੀ ਧਰਤੀ ਤੇ ਆਕਾਸ਼ ਦੇ ਵਿੱਚ, ਮਤਲਬ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਭ ਤੋਂ ਖਤਰਨਾਕ ਚੀਜ਼ ਤੂੰ ਹੈ, ਜਿਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹਰ ਬੰਦੇ ਦੇ ਅੰਦਰ ਹੀ ਹੈ, ਹਰ ਬੰਦੇ ਦੇ ਨਾਲ ਹੀ ਹੈ, ਹਰ ਬੰਦੇ ਦੇ ਵਿੱਚ ਹੈ।
ਜਿਹੜਾ ਇੱਕ ਵਾਰ ਸੋਚਦਾ ਹੈ ਵੀ ਆਹ ਕੰਮ ਕਰਨਾ ਹੈ, ਦੂਜੀ ਵਾਰ ਕਹਿੰਦਾ ਛੱਡ ਪਰਾਂ ਕਿਉਂ ਕਰਨਾ ਹੈ। ਇੱਕ ਵਾਰ ਸੋਚਦਾ ਵੀ ਆਹ ਕੰਮ ਨਹੀਂ ਕਰਨਾ, ਦੂਜੀ ਵਾਰ ਨਾਲ ਹੀ ਖਿਆਲ ਆ ਗਿਆ ਚੱਲ ਕਰ ਲਾ, ਕਿਹੜਾ ਕੋਈ ਵੇਖਦਾ ਪਿਆ। ਦੋ ਰਸਤੇ ਨਾਲ ਹੀ ਚੱਲੀ ਜਾ ਰਹੇ। ਜਿਹੜੇ ਇੱਕ ਡਾਇਰੈਕਸ਼ਨ ਨਹੀਂ ਲੈ ਸਕੇ ਜ਼ਿੰਦਗੀ ਦੇ ਵਿੱਚ, ਇਹ ਕਹਿਣਾ ਬੜਾ ਸੌਖਾ ਹੈ। ਇਸੇ ਕਰਕੇ ਮਹਾਰਾਜ ਪਤਾ ਕੀ ਕਹਿੰਦੇ ਨੇ, ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਆਮ ਲੋਕਾਂ ਦੀ ਗੱਲ ਨਹੀਂ ਹੈ। ਚੰਗੇ ਭਲੇ ਜਿਹੜੇ 6 ਸ਼ਾਸਤਰਾਂ ਦੇ ਗਿਆਤਾ ਨੇ, ਸਿੱਧ ਨੇ, ਉਹ ਵੀ ਇਸੇ ਦੁਬਿਧਾ ਦੇ ਵਿੱਚ ਹੀ ਲੱਗੇ ਫਿਰਦੇ ਨੇ। ਉਹਨਾਂ ਨੂੰ ਲੱਗਦਾ ਹੈ ਵੀ ਭਾਈ ਅਸੀਂ ਸਾਰਾ ਕੁਝ ਸਾਨੂੰ ਹੀ ਪਤਾ ਹੈ ਤੇ ਸਭ ਤੋਂ ਨੇੜੇ ਅਸੀਂ ਹੋਏ ਬੈਠੇ ਹਾਂ। ਇੱਕ ਮਹਾਰਾਜ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਬੋਲ ਹੈ, ਦਾਤਾਰ ਕਹਿੰਦੇ ਦੁਬਿਧਾ ਬੌਰੀ ਮਨ ਬੌਰਾਇਆ। ਇਹ ਬੜੀ ਮਹਿੰਗੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਕਹਿੰਦੇ ਦੁਬਿਧਾ ਆਪ ਤੇ ਬੌਰੀ ਹੈ ਹੀ ਹੈ, ਇਹਨੇ ਮਨ ਵੀ ਪਾਗਲ ਕਰ ਦਿੱਤਾ। ਮਨ ਨੂੰ 2 ਦਿਨ ਲੱਗਦਾ ਵੀ ਬੜਾ ਸਹੀ ਚੱਲਦਾ ਪਿਆ, 2 ਦਿਨ ਲੱਗ ਪੈਂਦਾ ਵੀ ਸਾਡੇ ਪਰ ਸਾਰਾ ਕੁਝ ਤਾਂ ਗਲਤੀ ਕਰੀ ਜਾ ਰਹੇ ਹਾਂ। ਦੁਬਿਧਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ, ਮੇਰੇ ਖਿਆਲ ਦੇ ਨਾਲ ਹਾਂਜੀ ਇੱਦਾਂ। ਦੁਬਿਧਾ ਬੌਰੀ ਨੇ ਮਨ ਬੌਰਾ ਕਰਕੇ ਰੱਖ ਦਿੱਤਾ। ਅਸੀਂ ਕੋਈ ਕੰਮ 10 ਦਿਨ ਕਰੀਏ, ਸਾਨੂੰ ਪਤਾ ਲੱਗਣ ਲੱਗ ਪੈਂਦਾ ਵੀ ਕੰਮ ਹੈ ਕੀ ਹੈ। 11ਵੇਂ ਦਿਨ ਉਹੀ ਕੰਮ ਸਾਨੂੰ ਗਲਤ ਲੱਗਣ ਲੱਗ ਪਵੇ ਤੇ ਸਾਨੂੰ ਪਤਾ ਕੀ ਲੱਗਦਾ, ਅਸੀਂ 10 ਦਿਨ ਵੀ ਗਵਾਏ ਹੀ ਨੇ। ਉਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਭਾਈ ਗੱਲ ਇਹ ਨਹੀਂ ਹੈ ਵੀ ਤੁਸੀਂ ਕੀ ਧਾਰਨ ਕਰਕੇ ਬੈਠੇ ਹੋਏ ਜੇ, ਗੱਲ ਇਹ ਆ ਵੀ ਤੁਹਾਡੇ ਅੰਦਰੋਂ ਦੁਬਿਧਾ ਵੀ ਦੂਰ ਹੋਈ ਆ ਕਿ ਨਹੀਂ। ਇਸ ਕਰਕੇ ਦਾਤਾਰ ਕਹਿੰਦੇ ਭਾਈ ਉਹ ਦੁਬਿਧਾ ਤਾਂ ਦੂਰ ਹੋਣੀ ਹੈ ਜੇ ਇੱਕ ਮਾਲਕ ਦੇ ਵੱਲ ਜੁੜੋਗੇ। ਜੇ ਤੁਹਾਡੀ ਸੁਰਤ ਦਾ ਨਿਸ਼ਾਨਾ ਇੱਕ ਹੈ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਨਾ ਹੈ, ਇੱਕ ਨੂੰ ਹੀ ਮੰਨਣਾ ਹੈ, ਇੱਕ ਦੇ ਅੱਗੇ ਹੀ ਅਰਦਾਸ ਹੈ ਸਾਡੀ। ਤੇ ਜੇ ਸਾਡੇ ਸੋਮਵਾਰ ਗੁਰੂ ਹੋਰ, ਮੰਗਲਵਾਰ ਹੋਰ, ਬੁੱਧਵਾਰ ਹੋਰ, ਤਾਂ ਸਾਡੀ ਦੁਬਿਧਾ ਕਿੱਥੇ ਦੂਰ ਹੋਵੇਗੀ। ਹਜ਼ੂਰ ਕਹਿੰਦੇ ਜਿਸ ਨਰ ਕੀ ਦੁਬਿਧਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ। ਜਿਹਦੇ ਅੰਦਰੋਂ ਦੁਬਿਧਾ ਦੂਰ ਨਹੀਂ ਹੁੰਦੀ, ਸਭ ਤੋਂ ਔਖੀ ਹਾਲਤ ਹੀ ਉਹਦੇ ਬੰਦੇ ਦੀ ਹੁੰਦੀ ਹੈ। ਮਹਾਰਾਜ ਇਹਨੂੰ ਕਹਿੰਦੇ ਨੇ ਭਾਈ ਕਬੀਰ ਪ੍ਰੀਤ ਇੱਕ ਸਿਓ ਕੀਏ ਆਨ ਦੁਬਿਧਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੁੰਡਾਏ। ਇੱਕ ਸ਼ਲੋਕ ਅਸੀਂ ਹੋਰ ਵਿਚਾਰ ਲਈਏ। ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ। ਬਾਬਾ ਕਬੀਰ ਕਹਿੰਦੇ ਆ ਜਿਹੜਾ ਸੰਸਾਰ ਹੈ ਨਾ, ਇਹ ਸਮਝ ਲਓ ਕੱਜਲ ਦੀ ਕੋਠੀ ਹੈ। ਕੱਜਲ ਸੁਰਮਾ, ਹੁਣ ਉਹ ਤੇ ਥੋੜਾ ਜਿਹਾ ਵੀ ਹੱਥ ਦੇ ਉੱਤੇ ਲੱਗ ਜਾਵੇ ਤੇ ਵੇਖੋ ਉਸੇ ਵੇਲੇ ਦਾਗ ਪਾ ਦਿੰਦਾ। ਤੇ ਜੇ ਭਲਾ ਕੋਈ ਬਿਲਡਿੰਗ ਹੀ ਇਦਾਂ ਦੀ ਹੋਵੇ ਵੀ ਜਿਹਦੀ ਸਾਰੀ ਦੀਵਾਰ ਦੇ ਉੱਤੇ ਕੱਜਲ ਹੀ ਮਿਲਿਆ ਹੋਵੇ। ਹੁਣ ਤੇ ਥੋੜੇ ਜਿਹੇ ਪੱਕੇ ਪੇਂਟ ਆ ਗਏ ਨੇ, ਤੁਸੀਂ ਵੀ ਵੇਖਿਆ ਹੋਵੇਗਾ ਨਾ ਆਪਣੇ ਘਰਾਂ 'ਚ। ਪਹਿਲਾਂ ਇਦਾਂ ਦੇ ਪੇਂਟ ਹੁੰਦੇ ਸੀ ਵੀ ਬੰਦਾ ਕਿਤੇ ਜਾ ਕੇ ਬੈਠਾ ਹੈ, ਉਹਨੇ ਆਪਣਾ ਲੱਕ ਲਾਇਆ, ਪਿੱਠ ਲਾਈ ਪਿੱਛੇ, ਤੇ ਜਦੋਂ ਉੱਠਿਆ ਤੇ ਸਾਰਾ ਹੀ ਰੰਗ ਜਿਹੜਾ ਸੀ ਉਹ ਕੱਪੜਿਆਂ ਨੂੰ ਲੱਗ ਗਿਆ। ਹੱਥ ਲਾ ਕੇ ਉੱਠਣ ਲੱਗਾ, ਸਾਰਾ ਰੰਗ ਹੱਥ ਨੂੰ ਲੱਗ ਗਿਆ। ਹੁਣ ਇੱਕ ਥਾਂ ਦੇ ਉੱਤੇ ਇਦਾਂ ਦੀ ਗੱਲ ਹੋਵੇ ਤੇ ਬੰਦਾ ਬਚਾ ਕੇ ਬੈਠ ਜਾਵੇ, ਤੇ ਜਿੱਥੇ ਢੋਲ ਆਵੇ ਬੰਦੇ ਦਾ ਉੱਥੇ ਹੀ ਇਹ ਹਾਲ ਹੋ ਜਾਵੇ, ਤਾਂ ਉਹ ਫਿਰ ਕੀ ਕਰੇਗਾ। ਬਾਬਾ ਕਬੀਰ ਉਹਨੂੰ ਇਦਾਂ ਕਹਿੰਦੇ ਨੇ, ਦਾਤਾਰ ਕਹਿੰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ। ਆ ਜਿਹੜਾ ਸੰਸਾਰ ਹੈ ਨਾ, ਸਮਝ ਲਓ ਕੱਜਲ ਦੀ ਕੋਠੀ ਹੈ, ਕਾਲਖ ਦਾ ਘਰ ਹੈ। ਪਰ ਦਾਤਾਰ ਕਹਿੰਦੇ ਸਾਰੇ ਕਾਲੇ ਨਹੀਂ ਹੁੰਦੇ। ਕਾਲੇ ਪਤਾ ਕੌਣ ਹੁੰਦੇ ਨੇ? ਸਿੱਧੇ ਸਿੱਧੇ ਪੰਜਾਬੀ 'ਚ ਸ਼ਬਦ ਨੇ, ਜਿਹੜੇ ਅੰਨੇ ਹੁੰਦੇ ਨੇ ਕਹਿੰਦੇ ਉਹੀ ਡਿੱਗਦੇ ਨੇ ਇਸ ਕਾਲਖ ਦੇ ਵਿੱਚ, ਚੰਗੇ ਭਲੇ ਨਹੀਂ ਡਿੱਗਦੇ। ਇਹਦਾ ਮਤਲਬ ਹੈ ਵੀ ਸਿੱਧੀ ਜੀ ਗੱਲ ਹੈ ਵੀ ਜਿਹਨੂੰ ਦਿਸਦਾ ਹੈ ਉਹ ਕਿਉਂ ਕਾਲਾ ਹੋਵੇਗਾ, ਜਿਹਨੂੰ ਪਤਾ ਵੀ ਅੱਗੇ ਟੋਇਆ ਉਹ ਕਿਉਂ ਡਿੱਗੇ। ਤੇ ਜੇ ਜਿਹਨੂੰ ਪਤਾ ਹੋਣ ਦੇ ਬਾਵਜੂਦ ਵੀ ਡਿੱਗ ਪਿਆ ਹੈ, ਉਹਨੂੰ ਫਿਰ ਸਿਆਣਾ ਕੌਣ ਆਖੇਗਾ। ਜਿਹਦੀਆਂ ਅੱਖਾਂ ਨਹੀਂ ਨੇ ਉਹ ਤੇ ਟੋਏ 'ਚ ਡਿੱਗ ਪਿਆ, ਜਿਹਦੀਆਂ ਅੱਖਾਂ ਹੈ ਨੇ ਉਹ ਵੀ ਡਿੱਗ ਪਵੇ ਤੇ ਫਿਰ ਤੇ ਉਹਦੇ ਲਈ ਤੇ ਬਸ ਅਫਸੋਸ ਹੀ ਹੈ। ਉਹਦੇ ਤੋਂ ਵੱਧ ਕੀ ਕੀਤਾ ਜਾ ਸਕਦਾ। ਬਾਬਾ ਕਬੀਰ ਕਹਿੰਦੇ ਨੇ ਅੰਧ ਪਰੇ ਤਿਸ ਮਾਹੇ। ਹੈ ਤੇ ਸੰਸਾਰ ਕੱਜਲ ਦੀ ਕੋਠੀ ਹੈ, ਪਰ ਅੰਨੇ ਬੰਦੇ ਇਹਦੇ ਵਿੱਚ ਹੀ ਡਿੱਗ ਪੈਂਦੇ ਨੇ ਤੇ ਡਿੱਗ ਕੇ ਲਿਬੜਦੇ ਰਹਿੰਦੇ ਨੇ। ਇੱਥੇ ਲਿਬੜੀ ਜਾਂਦੇ ਨੇ। ਉਹਨਾਂ ਨੂੰ ਇਹੋ ਹੀ ਚੀਜ਼ ਸੁੱਖ ਦੇਣ ਲੱਗ ਪੈਂਦੀ ਹੈ। ਪਰ ਨਾਲ ਕੀ ਕਹਿੰਦੇ ਨੇ, ਹਉ ਬਲਿਹਾਰੀ ਤਿੰਨ ਕਉ ਪੈਸ ਜੋ ਨੀਕਸ ਜਾਹੇ। ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ ਉਹਦੇ ਤੋਂ, ਉਹਨਾਂ ਤੋਂ ਜਿਹੜੇ ਇਸ ਕੋਠੀ ਦੇ ਵਿੱਚ, ਇਸ ਸੰਸਾਰ ਦੇ ਵਿੱਚ ਪੈਂਦੇ ਵੀ ਨੇ, ਰਹਿੰਦੇ ਵੀ ਨੇ, ਪਰ ਕੀ ਕਰਦੇ ਨੇ, ਨੀਕਸ ਜਾਹੇ, ਨਿਕਲ ਵੀ ਜਾਂਦੇ ਨੇ। ਲੱਗਦਾ ਹੀ ਨਹੀਂ ਉਹਨਾਂ ਨੂੰ ਵੀ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਹੋਏ ਤੇ ਸਾਨੂੰ ਕਾਲਖ ਲੱਗੀ ਹੋਈ ਹੈ। ਇੱਕ ਭਾਈ ਵੀਰ ਸਿੰਘ ਨੇ ਖਿਆਲ ਬੋਲਿਆ ਹੈ, ਬਾਕੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਲਵਾਂਗੇ ਇਸ ਖਿਆਲ ਨੂੰ। ਉਹ ਕਹਿੰਦੇ ਕਦੀ ਇਸ ਚੀਜ਼ ਨੂੰ ਵੇਖਣਾ, ਸ਼ਹਿਦ ਦੀ ਮੱਖੀ ਸ਼ਹਿਦ ਬਣਾਉਂਦੀ ਹੈ, ਸ਼ਹਿਦ ਤਿਆਰ ਕਰਦੀ ਹੈ, ਪਰ ਕਦੀ ਵੀ ਸ਼ਹਿਦ ਦੇ ਵਿੱਚ ਨਹੀਂ ਫਸਦੀ। ਕਦੀ ਵੀ, ਕਦੀ ਤੁਸੀਂ ਸੁਣਿਆ ਹੋਵੇ ਵੀ ਛੱਤਾ ਲੱਗਾ ਸੀ ਤੇ ਸ਼ਹਿਦ ਦੀਆਂ ਮੱਖੀਆਂ ਫਸ ਗਈਆਂ, 2 ਸੈਕਿੰਡ ਨਹੀਂ ਲੱਗਦੇ ਉਹਨਾਂ ਨੂੰ ਉੱਡਣ ਲੱਗਿਆਂ। ਹਾਲਾਂਕਿ ਇਕੱਠਾ ਵੀ ਉਹੀ ਕਰਦੀਆਂ ਨੇ, ਤਿਆਰ ਵੀ ਛੱਤਾ ਉਹੀ ਕਰਦੀਆਂ ਨੇ, ਪਰ ਜਿੱਦਣ ਉੱਡਣਾ ਹੁੰਦਾ ਪਲ ਦੇ ਵਿੱਚ ਉੱਡ ਜਾਂਦੀਆਂ ਨੇ।
ਹੁਣ ਸ਼ਾਇਦ ਕਿਤੇ ਡੁੱਲਿਆ ਹੋਵੇ ਜ਼ਮੀਨ ਦੇ ਉੱਤੇ, ਤੇ ਆ ਜਿਹੜੀ ਮੱਖੀ ਸਾਡੇ ਘਰਾਂ 'ਚ ਤੁਰੀ ਫਿਰਦੀ ਹੈ, ਕਿਤੇ ਇਹ ਬਹਿ ਜਾਵੇ ਸ਼ਹਿਦ ਦੇ ਉੱਤੇ, ਇਹਦੇ ਨਾਲ ਕੀ ਹੁੰਦਾ? ਇਹ ਤਾਂ ਉੱਡ ਵੀ ਨਹੀਂ ਪਾਉਂਦੀ ਉਸੇ ਵੇਲੇ। ਥੋੜ੍ਹਾ ਜਿਹਾ ਮਿੱਠਾ ਡਿੱਗਾ ਹੋਵੇ, ਸਹੀ ਇੱਥੋਂ ਉਸ ਵੇਲੇ ਚਿਪਕ ਜਾਂਦੀ ਹੈ ਨਾਲ। ਹੈਗੀ ਤੇ ਇਹ ਵੀ ਮੱਖੀ ਹੈ ਨਾ, ਇੱਕ ਸ਼ਹਿਦ ਦੀ ਮੱਖੀ ਹੈ ਜਿਹਨੇ ਇਕੱਠਾ ਕੀਤਾ ਸਾਰਾ ਕੁਝ, ਉਹਨੂੰ ਕੁਝ ਨਹੀਂ ਹੋਇਆ। ਇੱਕ ਇਹ ਹੈ ਜਿਹਨੇ ਇਕੱਠਾ ਨਹੀਂ ਕੀਤਾ, ਬਸ ਖਾਣ ਹੀ ਬੈਠੀ ਸੀ, ਉੱਥੇ ਚਿਪਕ ਗਈ ਹੈ। ਇੱਦਾਂ ਹੁੰਦਾ ਸਾਡਿਆਂ ਘਰਾਂ ਦੇ ਵਿੱਚ। ਜਿਹੜਾ ਬੰਦਾ ਕਮਾਈ ਕਰਦਾ ਹੋਵੇਗਾ ਨਾ, ਉਹ ਬਹੁਤਾ ਨਹੀਂ ਫਸੇਗਾ ਕਮਾਈ ਦੇ ਵਿੱਚ। ਉਹਨੂੰ ਪਤਾ ਵੀ ਮੈਂ ਕਮਾਈ ਕਰਨੀ ਹੈ, ਉਹਨੂੰ ਪਤਾ ਵੀ ਮੈਂ ਕਿੱਦਾਂ ਇਹਨੂੰ ਵਰਤਣਾ ਹੈ, ਉਹਨੂੰ ਉਹਦੇ ਆਪਣੇ ਆਪ ਹੀ ਮਾਲਕ ਸਮਝ ਵੀ ਦੇ ਦਿੰਦਾ ਹੈ। ਅਤੇ ਜਿਨ੍ਹਾਂ ਨੂੰ ਬੈਠਿਆਂ ਬਿਠਾਇਆਂ ਹੀ ਸਾਰਾ ਕੁਝ ਮਿਲ ਜਾਂਦਾ, ਅਗਲੀਆਂ ਜਨਰੇਸ਼ਨਸ ਨੂੰ ਖਾਸ ਕਰਕੇ, ਕਿਉਂਕਿ ਪਿਛਲਿਆਂ ਦੇ ਚਲੋ ਸਟਰਗਲ ਕੀਤਾ ਹੁੰਦਾ ਤਾਂ ਹੀ ਤਾਂ ਬੱਚੇ ਉੱਥੇ ਪਹੁੰਚੇ ਹੁੰਦੇ ਨੇ। ਜਿਨ੍ਹਾਂ ਨੂੰ ਬੈਠਿਆਂ ਬਿਠਾਇਆਂ ਸਾਰਾ ਕੁਝ ਮਿਲਣ ਲੱਗ ਪੈਂਦਾ, ਫਿਰ ਹੌਲੀ ਹੌਲੀ ਮਾਂ ਪਿਓ ਦੇ ਦੁਆਲੇ ਵੀ ਹੋਣ ਲੱਗ ਪੈਂਦੇ ਨੇ। ਉਹ ਫਿਰ ਉਹ ਗਲਤ ਰੂਪ ਦੇ ਵਿੱਚ ਨਿਕਲਣਾ ਸ਼ੁਰੂ ਹੋ ਜਾਂਦਾ। ਇਹ ਸਮਝ ਲਓ ਉਹ ਇੱਦਾਂ ਦੇ ਨੇ ਵੀ ਜਿਨ੍ਹਾਂ ਨੇ ਕਮਾਇਆ, ਇਹ ਉਹ ਨੇ ਜਿਹੜੇ ਸ਼ਹਿਦ ਵਾਂਗੂ ਸ਼ਹਿਦ ਇਕੱਠਾ ਕਰਦੇ ਰਹਿੰਦੇ ਨੇ ਪਰ ਫਸਦੇ ਨਹੀਂ ਨੇ। ਅਤੇ ਦੂਜੇ ਉੱਦਾਂ ਦੇ ਨੇ ਜਿਨ੍ਹਾਂ ਨੂੰ ਘਰ 'ਚ ਹੀ ਮਾਇਆ ਤੰਗ ਕਰਨ ਲੱਗ ਪੈਂਦੀ ਹੈ। ਸਮਝ ਲਓ ਉਸ ਮੱਖੀ ਵਰਗੇ ਨੇ ਜਿਹੜੇ ਮਾਇਆ ਵੇਖ ਕੇ ਤੇ ਚਿਪਕ ਜਾਂਦੇ ਨੇ, ਬਸ ਵੀ ਸਾਡਾ ਸਾਰਾ ਕੁਝ ਧਿਆਨ ਰੱਖਿਆ ਜਾਵੇ, ਮਾਂ ਪਿਓ ਜਿੱਥੇ ਮਰਜ਼ੀ ਜਾਣ, ਸਾਨੂੰ ਉਹਦੇ ਨਾਲ ਮਤਲਬ ਨਹੀਂ ਹੈ। ਬਾਬਾ ਕਬੀਰ ਕਹਿੰਦਾ, ਮੈਂ ਬਲਿਹਾਰ ਜਾਂਦਾ ਹਾਂ ਉਹਨਾਂ ਬੰਦਿਆਂ ਤੋਂ ਜਿਹੜੇ ਬੰਦੇ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਦੁਨੀਆ ਤੋਂ ਪਾਰ ਹੋ ਜਾਂਦੇ ਨੇ। ਮਤਲਬ ਧੋਖੇਬਾਜ਼ਾਂ ਦੀ ਦੁਨੀਆ, ਜਿਨ੍ਹਾਂ ਨੇ ਧੋਖਾ ਨਾ ਤੇ ਕੀਤਾ ਕਿਸੇ ਦੇ ਨਾਲ। ਲਾਲਚੀ ਲੋਕਾਂ ਦੀ ਦੁਨੀਆ, ਜਿਨ੍ਹਾਂ ਨੇ ਕਦੀ ਲਾਲਚ ਨਹੀਂ ਕੀਤਾ। ਝੂਠ ਬੋਲਣ ਵਾਲਿਆਂ ਦੀ ਦੁਨੀਆ, ਜਿਨ੍ਹਾਂ ਨੇ ਕਦੀ ਝੂਠ ਨਹੀਂ ਬੋਲਿਆ। ਅਸੀਂ ਸਾਰੇ ਕਹਿੰਦੇ ਆ ਨਾ, ਦੁਨੀਆ 'ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ। ਕੋਈ ਮੈਨੂੰ ਮੇਰੇ ਕੋਲ ਆ ਕੇ ਕਹੇ ਵੀ ਤੇਰੇ 'ਤੇ ਯਕੀਨ ਕੀਤਾ ਜਾ ਸਕਦਾ, ਤੇ ਮੈਂ ਕੀ ਜਵਾਬ ਦੇਵਾਂਗਾ ਭਲਾ? ਮੈਨੂੰ ਆਪਣੇ ਆਪ 'ਤੇ ਪਤਾ ਹੋਣਾ ਚਾਹੀਦਾ ਵੀ ਮੈਂ ਕਹਿ ਸਕਦਾ ਕਿਸੇ ਨੂੰ ਵੀ ਹਾਂ ਤੁਸੀਂ ਮੇਰੇ 'ਤੇ ਯਕੀਨ ਕਰ ਲਓ। ਵੇਖ ਲਓ ਤੁਸੀਂ, ਦੁਨੀਆ ਦੇ ਵਿੱਚ ਅਸੀਂ ਸਾਰੇ ਇਹੋ ਕਹਿੰਦੇ ਵੀ ਦੁਨੀਆ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਤੇ ਦੁਨੀਆ ਕੀ ਹੈ? ਸਾਡੇ ਵਰਗੇ ਲੋਕ ਹੀ ਨੇ। ਜੇ ਮੇਰੇ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਦੁਨੀਆ 'ਤੇ ਕਿੱਦਾਂ ਯਕੀਨ ਕੀਤਾ ਜਾ ਸਕਦਾ? ਘੱਟੋ ਘੱਟ ਮੈਂ ਆਪਣੇ ਲਈ ਤਾਂ ਇਹ ਸੋਚ ਕੇ ਬੈਠਾ ਵੀ ਕੋਈ ਬੰਦਾ ਮੈਨੂੰ ਕਹਿ ਰਿਹਾ ਵੀ ਮੈਨੂੰ ਤੇਰੇ ਉੱਤੇ ਯਕੀਨ ਹੈ ਤੇ ਮੈਂ ਉਹਦਾ ਯਕੀਨ ਨਹੀਂ ਤੋੜਾਂਗਾ। ਬਾਬਾ ਕਬੀਰ ਕਹਿੰਦੇ, ਬਲਿਹਾਰ ਜਾਂਦਾ ਮੈਂ ਉਹਨਾਂ ਬੰਦਿਆਂ ਤੋਂ, ਬਾਕੀ ਜੋ ਕਰਦੇ ਰਹੇ, ਪਰ ਇਹੋ ਜਿਹੇ ਬੰਦਿਆਂ ਤੋਂ ਮੈਂ ਸਦਕੇ ਜਾਂਦਾ ਹਾਂ ਜਿਨ੍ਹਾਂ ਬੰਦਿਆਂ ਨੇ ਆਪਣੇ ਆਪ ਨੂੰ ਲਿਬੜਨ ਨਹੀਂ ਦਿੱਤਾ, ਜਿਨ੍ਹਾਂ ਬੰਦਿਆਂ ਨੇ ਆਪਣੇ ਆਪ ਨੂੰ ਮੈਲਾ ਨਹੀਂ ਹੋਣ ਦਿੱਤਾ ਇਸ ਦੁਨੀਆ ਦੇ ਵਿੱਚ। ਇੱਕ ਬਚਨ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਮਝ ਲਈਏ। ਮਹਾਰਾਜ ਜੀ ਨੇ ਉਹੀ ਉਦਾਹਰਣ ਬੋਲੀ ਹੈ। ਹਜ਼ੂਰ ਕਹਿੰਦੇ, ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ। ਗੁੜ ਦੀ ਰੋੜੀ, ਵੈਸੇ ਜਦੋਂ ਸੀਜ਼ਨ ਚੇਂਜ ਹੁੰਦਾ ਨਾ, ਹੁਣ ਤਾਂ ਚਲੋ ਨਿਕਲਦਾ ਪਿਆ ਹੈ ਤੇ ਠੀਕ ਹੈ, ਅੱਗੇ ਜਾ ਕੇ ਬਰਸਾਤਾਂ ਦੇ ਮੌਸਮ ਦੇ ਵਿੱਚ ਉਹ ਮੈਲਟ ਹੋਣਾ ਸ਼ੁਰੂ ਹੋ ਜਾਂਦਾ ਜੇ ਉਹਨੂੰ ਹਵਾ ਲੱਗ ਜਾਵੇ ਤੇ, ਔਰ ਉਹ ਚਿਪ ਚਿਪ ਕਰਨਾ ਸ਼ੁਰੂ ਹੋ ਜਾਂਦਾ ਹੈ। ਜੇਕਰ ਆਪ ਜੀ ਨੇ ਘਰਾਂ ਦੇ ਵਿੱਚ ਉਹਨੂੰ ਕਿਤੇ ਵਰਤਿਆ ਹੋਵੇਗਾ, ਉਹ ਚਿਪ ਚਿਪ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਜਿੰਨੀ ਚਿਪ ਚਿਪ ਹੋਵੇਗੀ, ਕਿਸੇ ਵੀ ਕੀੜੀ ਦਾ, ਕਿਸੇ ਵੀ ਮੱਖੀ ਦਾ ਉਹਦੇ ਉੱਤੇ ਬੈਠਣਾ ਬੜਾ ਸੌਖਾ ਹੋ ਜਾਂਦਾ ਤੇ ਬਾਅਦ 'ਚ ਫਸ ਜਾਂਦੀ ਹੈ। ਅਸਲ ਦੇ ਵਿੱਚ ਕੀ ਹੁੰਦਾ ਵੀ ਉਹ ਮੱਖੀ ਜਦੋਂ ਬੈਠਦੀ ਹੈ ਨਾ, ਤੇ ਬੈਠਦੀ ਤਾਂ ਸਿਰਫ ਖਾਣ ਦੇ ਲਈ ਆ ਵੀ ਇਹਨੂੰ ਖਾ ਕੇ ਉੱਡ ਜਾਣਾ, ਉਹਦੇ ਕੋਲ ਕਿਹੜਾ ਜਮ੍ਹਾਂ ਹੋਣਾ, ਉਹਨੂੰ ਖਾ ਕੇ ਉੱਡ ਜਾਣਾ। ਪਰ ਉਹਨੂੰ ਸਵਾਦ ਹੀ ਅਸਲ ਦੇ ਵਿੱਚ ਇੰਨਾ ਲੱਗਦਾ ਵੀ ਉੱਥੇ ਖਾਂਦੀ ਖਾਂਦੀ ਦੇ ਜਿਹੜੇ ਪੈਰ ਨੇ ਉਹ ਫਸ ਜਾਂਦੇ ਨੇ। ਫਿਰ ਜਦੋਂ ਪੈਰ ਫਸ ਗਏ, ਫਿਰ ਕੌਣ ਨਿਕਲ ਸਕਦਾ ਉੱਥੋਂ? ਮਿੱਠੇ ਮੱਖ ਮੂਆ ਕਿਉਂ ਲਏ ਉਡਾਰੀ। ਹਜ਼ੂਰ ਕਹਿੰਦੇ ਨੇ, ਗਿੱਲੀ ਗਿੱਲੀ ਰੋਡੜੀ, ਗਿੱਲੀ ਜੀ ਗੁੜ ਦੀ ਰੋੜੀ ਹੋਵੇ, ਭੌਂਦੀ ਭਵ ਭਵ ਆਏ। ਜਿਹੜੀ ਮੱਖੀ ਸੀ ਨਾ, ਉਹ ਘੁੰਮਦੀ ਘੁੰਮਦੀ ਤੇ ਆ ਕੇ ਉਹਦੇ ਉੱਤੇ ਬੈਠ ਗਈ। ਜੋ ਬੈਠੇ ਸੇ ਫਾਥਿਆ, ਤੇ ਬਸ ਜਿਹੜੇ ਬੈਠੇ ਰਹੇ ਉਹ ਫਸ ਗਏ। ਉਬਰੇ ਭਾਗ ਮਥਾਏ, ਜਿਨ੍ਹਾਂ ਦੇ ਮੱਥੇ ਤੇ ਭਾਗ ਜਾਗੇ ਸੀ ਭਾਈ, ਉਹ ਬਚ ਗਏ। ਮੁੱਖ ਗੱਲ ਬਾਬਾ ਕਬੀਰ ਕਹਿੰਦੇ, ਭਾਈ ਸੰਸਾਰ ਜਿੱਦਾਂ ਦਾ ਹੈ ਉੱਦਾਂ ਦਾ ਹੀ ਹੈ। ਇਹ ਤੁਸੀਂ ਵੇਖਣਾ ਹੈ ਵੀ ਤੁਸੀਂ ਇਹਦੇ ਵਿੱਚੋਂ ਡੁੱਬਣਾ ਹੈ ਕਿ ਤੁਸੀਂ ਇਹਦੇ ਵਿੱਚੋਂ ਤੈਰ ਕੇ ਨਿਕਲਣਾ ਹੈ। ਬਾਬਾ ਫਰੀਦ ਇਹਨੂੰ ਕਹਿੰਦੇ ਨੇ ਨਾ, ਭਾਈ ਹੱਥ ਨਾ ਲਾਏ ਕਸੁੰਭੜੇ, ਜਲ ਜਾਸੀ ਢੋਲਾ। ਉਹੀ ਪੌਦਾ ਹੁੰਦਾ ਹੈ ਜਿਹਦੇ ਨਾਲ ਗੁਲਾਬ ਦੇ ਫੁੱਲ ਵੀ ਨੇ ਤੇ ਉਹਦੇ ਨਾਲ ਹੀ ਕੰਡੇ ਲੱਗੇ ਨੇ। ਇਹ ਤਾਂ ਹੁਣ ਸਾਡੇ ਉੱਤੇ ਡਿਪੈਂਡ ਕਰਦਾ ਵੀ ਹੱਥ ਦੇ ਕੰਡੇ ਮਰੋਣੇ ਨੇ ਕਿ ਫੁੱਲ ਦੀ ਜਿਹੜੀ ਆ ਸੁਗੰਧੀ ਲੈਣੀ ਹੈ, ਤੇ ਸਾਡੇ ਉੱਤੇ ਡਿਪੈਂਡ ਕਰਦਾ ਨਾ। ਇਹਨੂੰ ਬਾਬਾ ਕਬੀਰ ਕਹਿੰਦੇ ਨੇ ਵੀ ਜੇ ਤੇ ਤੁਸੀਂ ਨਿਕਲ ਗਏ, ਜੇ ਚੰਗੇ ਆਪਣੇ ਆਪ ਨੂੰ ਬਚਾ ਕੇ ਨਿਕਲ ਗਏ, ਕਿਉਂਕਿ ਇਹ ਇੱਕ ਸਟਰਗਲ ਹੈ ਜ਼ਿੰਦਗੀ ਦਾ, ਇਹ ਐਡੀ ਸੌਖੀ ਜ਼ਿੰਦਗੀ ਨਹੀਂ ਹੈ, ਸਟਰਗਲ ਹੈ। ਦਾਤਾਰ ਕਹਿੰਦੇ ਨੇ ਜਿਹੜੇ ਆਪਣੇ ਆਪ ਤੋਂ ਸੌਖੇ ਹੋ ਕੇ ਨਿਕਲ ਗਏ ਨੇ, ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਨਹੀਂ ਤੇ ਜਿਹੜੇ ਅੰਨੇ ਹੁੰਦੇ ਨੇ, ਚਾਹੇ ਉਹ ਆਤਮਿਕ ਤੌਰ ਦੇ ਉੱਤੇ ਹੋਣ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਣ, ਜਿਹਦੀਆਂ ਬਾਹਰ ਦੀਆਂ ਅੱਖਾਂ ਨਾ ਹੋਣ, ਥਾਂ ਥਾਂ ਠੇਡੇ ਖਾਂਦਾ ਫਿਰਦਾ, ਜਿਹੜਾ ਮਾਲਕ ਦੇ ਵੱਲੋਂ ਅਧਿਆਤਮ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ ਅੰਨਾ ਕਰ ਦਿੱਤਾ ਜਾਵੇ, ਉਹ ਫਿਰ ਦੁਨੀਆ ਦੀਆਂ ਕੋਠੀਆਂ ਦੇ ਵਿੱਚ ਹੀ ਡਿੱਗਦਾ ਫਿਰਦਾ, ਕਦੀ ਕਿਸੇ ਕੋਠੇ 'ਤੇ ਤੇ ਕਦੀ ਕਿਸੇ ਕੋਠੇ 'ਤੇ। ਉਹਨੇ ਕਦੀ ਕਿਤਿਓਂ ਕਾਲ ਖਲਵਾ ਲੈਣੀ, ਕਦੀ ਕਿਤਿਓਂ ਕਾਲ ਖਲਵਾ ਲੈਣੀ।
ਮਤਲਬ ਆਪਣੇ ਆਪ ਨੂੰ ਮਲੀਨ ਰੱਖਣ ਵਾਲੇ ਬੰਦੇ। ਇਸ ਕਰਕੇ ਕਬੀਰ ਜਗ ਕਾਜਲ ਕੀ ਕੋਠਰੀ, ਇਹ ਕਬੀਰ ਸੰਸਾਰ ਜਿਹੜਾ ਹੈ ਉਹ ਕੱਜਲ ਦੀ ਕੋਠੀ ਦੇ ਵਾਂਗ ਹੈ, ਪਰ ਅੰਧ ਪਰੇ ਤਿਸ ਮਾਹੇ, ਅੰਧੇ ਲੋਕ ਹੁੰਦੇ ਨੇ ਜਿਹੜੇ ਇਹਦੇ ਵਿੱਚ ਡਿੱਗ ਪੈਂਦੇ ਨੇ। ਹਉ ਬਲਿਹਾਰੀ ਤਿਨ ਕੋ, ਪੈਸ ਜੋ ਨੀਕਸ ਜਾਹੇ, ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਇਸ ਸੰਸਾਰ ਦੇ ਵਿੱਚ ਰਹਿੰਦੇ ਵੀ ਨੇ, ਰਹਿ ਕੇ ਪਾਰ ਵੀ ਹੋ ਜਾਂਦੇ ਨੇ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੋਲਿਆ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਬੜੇ ਪੰਛੀ ਹੁੰਦੇ ਨੇ, ਪਾਣੀ ਦੇ ਵਿੱਚ ਡਿੱਗਦੇ ਹੀ ਖੰਭ ਗਿੱਲੇ ਹੋ ਜਾਂਦੇ ਨੇ। ਮੁਰਗਾ ਵੀ ਇੱਦਾਂ ਦੀ ਹੁੰਦੀ ਹੈ, ਪਾਣੀ ਦੇ ਵਿੱਚ ਬੈਠੀ ਵੀ ਰਹਿੰਦੀ ਹੈ, ਜਦੋਂ ਜੀ ਕਰੇ ਉਸੇ ਵੇਲੇ ਉੱਡ ਜਾਂਦੀ ਹੈ, ਉਹਦੇ ਖੰਭ ਨਹੀਂ ਗਿੱਲੇ ਹੁੰਦੇ ਕਦੀ। ਸੰਸਾਰ ਇੱਦਾਂ ਦੀ ਖੇਡ ਹੈ। ਸਤਿਗੁਰੂ ਕਿਰਪਾ ਕਰਨ। ਇਹ ਅਸੀਂ 3 ਸ਼ਲੋਕ ਵਿਚਾਰੇ ਨੇ। 2-4 ਮਿੰਟ ਮੈਂ ਆਪ ਜੀ ਦੇ ਹੋਰ ਲਵਾਂਗਾ, ਕਿਉਂਕਿ ਅੱਜ ਸਾਕਾ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਸੀਂ ਸਵੇਰੇ ਡਿਟੇਲ ਦੇ ਨਾਲ ਇਸ ਚੀਜ਼ ਨੂੰ ਵਿਚਾਰ ਚੁੱਕੇ ਹਾਂ। ਗੁਰਦੁਆਰਾ ਸਾਹਿਬ ਦੇ ਅੰਦਰ ਜਿਸ ਵੇਲੇ ਮਹੰਤਾਂ ਦਾ ਕਬਜ਼ਾ ਸੀ ਤੇ ਉਹਨਾਂ ਨੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਨਿੱਜੀ ਹਿੱਤਾਂ ਦੇ ਲਈ ਵਰਤਿਆ ਹੈ, ਆਪਣੇ ਲਈ ਵਰਤਿਆ ਹੈ। ਫਿਰ ਉੱਥੋਂ ਦਾ ਪ੍ਰਬੰਧ ਵੀ ਕੋਈ ਬਹੁਤਾ ਠੀਕ ਨਹੀਂ ਸੀ। ਸੰਗਤ ਮੱਥਾ ਟੇਕਣ ਆਉਂਦੀ ਸੀ ਤੇ ਸੰਗਤ ਨੂੰ ਜ਼ਲੀਲ ਕੀਤਾ ਜਾਂਦਾ ਸੀ। ਬੀਬੀਆਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਸੀ। ਕੋਈ ਤਿਆਰ ਬਰ ਤਿਆਰ ਸਿੰਘ ਜਿਹੜਾ ਜਾਂਦਾ ਸੀ ਤੇ ਉਹਨੂੰ ਵੀ ਬੇਇੱਜ਼ਤ ਕਰ ਦਿੱਤਾ ਜਾਂਦਾ ਸੀ। ਉਸੇ ਕਰਕੇ ਫਿਰ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਉਂਦੀ ਹੈ 1920 ਦੇ ਵਿੱਚ, ਅੱਜ ਤੋਂ ਲਗਭਗ 100 ਸਾਲ ਪਹਿਲਾਂ। ਉਹਦੇ ਵਿੱਚ ਹੀ ਇਹ ਫੈਸਲੇ ਹੁੰਦੇ ਨੇ ਵੀ ਭਾਈ ਜਿਹੜੇ ਗੁਰਦੁਆਰਿਆਂ ਦੇ ਉੱਤੇ ਮਹੰਤ ਕਬਜ਼ਾ ਕਰਕੇ ਬੈਠੇ ਹੋਏ ਨੇ, ਸੰਗਤ ਦਾ ਗੁਰਦੁਆਰਾ ਹੈ ਪਰ ਸੰਗਤ ਦਾ ਹੀ ਪ੍ਰਬੰਧ ਠੀਕ ਤਰੀਕੇ ਨਾਲ ਨਹੀਂ ਹੁੰਦਾ ਤੇ ਇਹਨਾਂ ਦੇ ਕੋਲੋਂ ਗੁਰਦੁਆਰੇ ਛਡਾਉਣੇ ਚਾਹੀਦੇ ਨੇ। ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ, ਇਸ ਤੋਂ ਇਲਾਵਾ ਫਿਰ ਜਿਹੜਾ ਹੈ ਅਸੀਂ ਗੁਰੂ ਕੇ ਬਾਗ ਦਾ ਮੋਰਚਾ ਤੇ ਚਲੋ ਬਾਅਦ ਦੇ ਵਿੱਚ ਆਉਂਦਾ ਹੈ। ਇੱਦਾਂ ਇਹ ਜਿਹੜੇ ਗੁਰਦੁਆਰਾ ਸਾਹਿਬ, ਗੁਰਦੁਆਰਾ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ, ਉਹਨਾਂ ਸਾਰਿਆਂ ਦਾ ਪ੍ਰਬੰਧ ਸੰਗਤ ਨੇ ਆਪਣੇ ਹੱਥ ਦੇ ਵਿੱਚ ਕੀਤਾ ਸੀ। ਇਹਨੂੰ ਕਿਹਾ ਜਾਂਦਾ ਸੀ ਗੁਰਦੁਆਰਾ ਸੁਧਾਰ ਲਹਿਰ। ਸਰਦਾਰ ਲਛਮਣ ਸਿੰਘ ਧਾਰੋਵਾਲੀ ਤੇ ਕਰਤਾਰ ਸਿੰਘ ਝੱਬਰ ਹੋਣਾ ਨੇ ਮਿਲ ਕੇ ਇਹ ਸੋਚਿਆ ਸੀ ਵੀ ਭਾਈ ਵੈਸੇ ਸੰਗਤ ਦੇ ਵੱਲੋਂ ਕਾਨਫਰੰਸ ਸੀ ਵੀ 5-6 ਮਾਰਚ ਨੂੰ ਮਿਲ ਕੇ ਤੇ ਅਸੀਂ ਨਨਕਾਣਾ ਸਾਹਿਬ ਦਾ ਪ੍ਰਬੰਧ ਦੇ ਬਾਰੇ ਗੱਲ ਕਰਾਂਗੇ ਮਹੰਤ ਦੇ ਨਾਲ। ਪਰ ਮਹੰਤ ਜਿਹੜਾ ਦੂਸਰੇ ਪਾਸੇ ਤੋਂ ਵੀ ਸੋਚਦਾ ਸੀ ਵੀ 5-6 ਤਰੀਕ ਨੂੰ ਸਾਰਾ ਪੰਥ ਇਕੱਠਾ ਹੋਵੇਗਾ ਤੇ ਆਪਾਂ ਆਪਣੇ ਗੁੰਡਿਆਂ ਦੇ ਨਾਲ ਇਹਨਾਂ ਤੇ ਹਮਲਾ ਕਰਵਾ ਦੇਵਾਂਗੇ ਤੇ ਇਹ ਜਿਹੜੇ ਪੰਥ ਦੇ ਲੀਡਰ ਨੇ ਇੱਕੋ ਦਿਨ ਹੀ ਚੜ੍ਹਾਈ ਕਰ ਜਾਣਗੇ ਤੇ ਜਿਹੜੀ ਮੂਵਮੈਂਟ ਗੁਰਦੁਆਰੇ ਸੁਧਾਰ ਦੀ ਸ਼ੁਰੂ ਹੋ ਰਹੀ ਹੈ ਉਹ ਨਾਲੇ ਖਤਮ ਹੋ ਜਾਵੇਗੀ। ਉਹ ਇਸੇ ਚੀਜ਼ ਤੋਂ ਵੀ ਪੰਥ ਦਾ ਵੱਡਾ ਨੁਕਸਾਨ ਨਾ ਹੋਵੇ, ਸਰਦਾਰ ਕਰਤਾਰ ਸਿੰਘ ਝੱਬਰ ਤੇ ਭਾਈ ਲਛਮਣ ਸਿੰਘ ਜਿਹੜੇ ਨੇ ਧਾਰੋਵਾਲੀ, ਉਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੇ ਲਈ ਤਿਆਰ ਹੁੰਦੇ ਨੇ। 20 ਤਰੀਕ ਦਾ ਇਹਨਾਂ ਦਾ ਪ੍ਰੋਗਰਾਮ ਬਣਦਾ ਹੈ। ਸਰਦਾਰ ਕਰਤਾਰ ਸਿੰਘ ਝੱਬਰ ਨੂੰ ਤੇ ਪੰਥ ਦੇ ਵੱਲੋਂ ਰੋਕ ਲਿਆ ਜਾਂਦਾ ਹੈ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਉਹ ਆਪਣੇ ਜਥੇ ਦੇ ਸਿੰਘਾਂ ਦੇ ਨਾਲ ਅੰਮ੍ਰਿਤ ਵੇਲੇ ਜਿਹੜਾ ਕੱਲ੍ਹ ਦਾ ਦਿਨ ਨਿਕਲ ਗਿਆ ਹੈ ਉਹ ਨਨਕਾਣਾ ਸਾਹਿਬ ਦੀ ਹੱਦ ਦੇ ਅੰਦਰ ਪਹੁੰਚਦੇ ਨੇ। ਜਦੋਂ ਉੱਥੇ ਪਹੁੰਚਦੇ ਨੇ ਤੇ ਕੀਰਤਨ ਕਰਦਿਆਂ ਹੋਇਆਂ ਦੇ ਉੱਤੇ ਮਹੰਤ ਦੇ ਗੁੰਡਿਆਂ ਦੇ ਵੱਲੋਂ ਗੋਲੀਆਂ ਦੇ ਨਾਲ, ਦਾਤਰਾਂ ਦੇ ਨਾਲ ਉਹ ਹਮਲਾ ਕੀਤਾ ਗਿਆ ਸੀ ਨਨਕਾਣਾ ਸਾਹਿਬ ਦੇ ਵਿੱਚ ਤੇ ਲਗਭਗ 100 ਤੋਂ ਵੱਧ ਜਿਹੜੇ ਸਿੰਘ ਸੀ ਉਹ ਉਸ ਵੇਲੇ ਉਹ ਮਹੰਤ ਦੇ ਵੱਲੋਂ ਸ਼ਹੀਦ ਕਰ ਦਿੱਤੇ ਗਏ ਸੀ। ਔਰ ਫਿਰ ਸਰਦਾਰ ਕਰਤਾਰ ਸਿੰਘ ਝੱਬਰ ਹੋਣੀ 21 ਤਰੀਕ ਨੂੰ ਜਦੋਂ ਗੁਰਦੁਆਰੇ ਦਾ ਪ੍ਰਬੰਧ ਸੰਗਤ ਦੇ ਹੱਥ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ 22 ਤਰੀਕ ਨੂੰ ਸੰਭਾਲਿਆ ਜਾਂਦਾ ਹੈ। 23 ਤਰੀਕ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਵੈਸੇ 21 ਤਰੀਕ ਨੂੰ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਸੀ ਨਨਕਾਣਾ ਸਾਹਿਬ ਦਾ ਉਹ ਸੰਗਤ ਦੇ ਹੱਥ ਦੇ ਵਿੱਚ ਆਇਆ ਸੀ। ਉਸ ਨੂੰ ਮੁੱਖ ਰੱਖਦੇ ਹੋਏ ਭਾਈ ਲਛਮਣ ਸਿੰਘ ਧਾਰੋਵਾਲੀ ਹੋਣਾ ਨੇ ਮਹੰਤ ਨਰੈਣ ਦਾਸ ਤੋਂ, ਨਰੈਣੂ ਮਹੰਤ ਤੋਂ ਗੁਰਦੁਆਰਾ ਆਜ਼ਾਦ ਕਰਾਉਣ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਸੀ, ਜਿਨ੍ਹਾਂ ਦੇ ਵਿੱਚ ਭਾਈ ਟਹਿਲ ਸਿੰਘ ਹੋਣੀ, ਭਾਈ ਵਰਿਆਮ ਸਿੰਘ ਨੇ, ਇਸ ਤੋਂ ਭਾਈ ਦਲੀਪ ਸਿੰਘ ਹੋਣੀ, ਇਹ ਸਾਰੇ ਸਿੰਘ, ਉਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਜਿਹੜੇ ਦਿਨ ਨੇ ਉਹ ਮਨਾਉਂਦੇ ਹਾਂ। ਸਤਿਗੁਰੂ ਕਿਰਪਾ ਕਰਨ। ਇਹੀ ਬੇਨਤੀ ਕਰਾਂਗਾ ਵੀ ਆਪਣੇ ਗੁਰਦੁਆਰਿਆਂ ਦੇ ਵਿੱਚ ਆਪ ਇਨਵੋਲਵ ਹੋਈਏ। ਇਹ ਸੰਗਤ ਗੁਰਦੁਆਰਾ ਤੁਹਾਡਾ ਹੈ, ਤੁਸੀਂ ਸੰਗਤ ਹੋ, ਅਸੀਂ ਪ੍ਰਚਾਰਕ ਹਾਂ। ਮਾਫ਼ ਕਰਨਾ, ਚਲੋ ਕਹਿ ਦਿੰਦੇ ਹਾਂ ਵੀ ਅਸੀਂ ਪ੍ਰਚਾਰਕ ਹਾਂ। ਮੈਂ ਤਾਂ ਇਸ ਸ਼੍ਰੇਣੀ ਦੇ ਵਿੱਚ ਵੀ ਆਪਣੇ ਆਪ ਨੂੰ ਬੜਾ ਪਿੱਛੇ ਰੱਖਦਾ ਹਾਂ ਵੀ ਸਾਡੇ ਪੱਲੇ ਇੰਨਾ ਕੁਝ ਹੈ ਨਹੀਂ ਜਿੰਨਾ ਕੁਝ ਹੋਣਾ ਚਾਹੀਦਾ ਹੈ। ਇਹ ਗੁਰਦੁਆਰਾ ਤੁਹਾਡਾ ਹੈ। ਅੱਜ ਅਸੀਂ ਇੱਥੇ ਬੈਠੇ ਹਾਂ, ਕੱਲ੍ਹ ਨੂੰ ਇੱਥੇ ਨਹੀਂ ਬੈਠੇ ਹੋਵਾਂਗੇ, ਕਿਉਂਕਿ ਨਾ ਅਸੀਂ ਸ਼ੁਰੂ ਤੋਂ ਇੱਥੇ ਸੀ ਤੇ ਨਾ ਅੰਤ ਦੇ ਵਿੱਚ ਇੱਥੇ ਹੋਵਾਂਗੇ। ਪਤਾ ਨਹੀਂ ਕੱਲ੍ਹ ਨੂੰ ਕੀ ਖੇਡ ਵਾਪਰ ਜਾਵੇ, ਪਰ ਇਹ ਗੁਰਦੁਆਰਾ ਤੁਹਾਡਾ ਹੈ।
ਤੁਸੀਂ ਇਸ ਗੁਰਦੁਆਰੇ ਦੀ ਸੇਵਾ ਕਰਦੇ ਜੇ। ਕੋਈ ਵੀ ਬੈਠਾ ਹੋਵੇ ਇੰਡੀਵਿਜੂਅਲ, ਸਾਰੇ ਹਰ ਇੱਕ ਬੰਦੇ ਦਾ ਇੱਥੇ ਫਰਜ਼ ਬਣਦਾ ਹੈ। ਤੁਸੀਂ ਜਿੰਨੇ ਵੀ ਬੈਠੇ ਹੋ, ਇਹ ਮੈਂ ਤੁਹਾਨੂੰ ਇਸ ਕਰਕੇ ਐਡਰੈਸ ਕਰਦਾ ਪਿਆ ਹਾਂ, ਕੋਈ ਵੀ ਹੋਵੇ, ਪ੍ਰਬੰਧਕ ਹੋਵੇ, ਕੋਈ ਵੀ ਹੋਵੇ, ਤੁਹਾਡਾ ਫਰਜ਼ ਬਣਦਾ ਹੈ। ਗੁਰਦੁਆਰੇ ਵਿੱਚ ਕੁਝ ਵੀ ਗਲਤ ਹੁੰਦਾ ਹੈ, ਚਾਹੇ ਸਾਡੇ ਵੱਲੋਂ ਹੀ ਹੁੰਦਾ ਹੈ, ਮੇਰੇ ਵੱਲੋਂ ਹੀ ਹੁੰਦਾ ਹੈ, ਕਿਸੇ ਵੱਲੋਂ ਵੀ ਗਲਤ ਹੁੰਦਾ ਹੈ, ਉਹਦੀ ਸ਼ਿਕਾਇਤ ਦੱਸੀ ਜਾਵੇ ਵੀ ਆਹ ਬੰਦਾ ਗਲਤ ਕਰਦਾ ਪਿਆ ਹੈ ਗੁਰਦੁਆਰੇ ਦੇ ਵਿੱਚ, ਸਾਨੂੰ ਆਹ ਚੀਜ਼ ਗਲਤ ਲੱਗਦੀ ਹੈ। ਉਹ ਫਿਰ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਵੀ ਜਾ ਕੇ ਉਹਨੂੰ ਵੇਖਣ ਵੀ ਇਹ ਕੀ ਜੋ ਹੋ ਰਿਹਾ ਉਹ ਠੀਕ ਹੋ ਰਿਹਾ ਕਿ ਨਹੀਂ ਹੋ ਰਿਹਾ। ਗੁਰਦੁਆਰੇ ਸਾਡੇ ਸਾਰਿਆਂ ਦੇ ਸਾਂਝੇ ਨੇ, ਕੁਝ ਵੀ ਹੋਵੇਗਾ ਬਦਨਾਮੀ ਗੁਰਦੁਆਰੇ ਦੀ ਹੋਵੇਗੀ, ਕੁਝ ਵੀ ਹੋਵੇਗਾ। ਅਤੇ ਇਸ ਕਰਕੇ ਜਦੋਂ ਗੁਰਦੁਆਰਾ ਸਾਡਾ ਸਾਰਿਆਂ ਦਾ ਸਾਂਝਾ ਹੈ ਨਾ, ਅਤੇ ਇਹਦਾ ਮਤਲਬ ਹੈ ਵੀ ਗੁਰਦੁਆਰੇ ਵਿੱਚ ਕੁਝ ਵੀ ਗਲਤ ਨਾ ਹੋਵੇ। ਅਸੀਂ ਆਪਣੀ ਜ਼ਿੰਮੇਵਾਰੀ ਨੂੰ ਵੀ ਸੰਭਾਲਣਾ ਹੈ। ਜਿੱਥੇ ਅਸੀਂ ਪ੍ਰਚਾਰ ਸੁਣਨ ਆਉਂਦੇ ਹਾਂ, ਇਹ ਗੱਲਾਂ ਸੁਣਨ ਆਉਂਦੇ ਹਾਂ, ਉੱਥੇ ਆਲੇ ਦੁਆਲੇ ਵੀ ਨਿਗਾਹ ਇੱਦਾਂ ਦੀ ਰੱਖੀਏ ਵੀ ਭਾਈ ਗੁਰਦੁਆਰੇ ਵਿੱਚ ਬੈਠ ਕੇ ਲੋਕ ਕਰੀ ਕੀ ਜਾਂਦੇ ਨੇ, ਗੁਰਦੁਆਰਿਆਂ ਵਿੱਚ ਹੋ ਕੀ ਰਿਹਾ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੀ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖ ਕੇ, ਇਹ ਸਾਡੇ ਸਾਰਿਆਂ ਦਾ ਫਰਜ਼ ਹੈ, ਕਿਸੇ ਦਾ ਨਹੀਂ। ਅਸੀਂ ਗਲਤ ਹੋਵਾਂਗੇ, ਸਾਡੇ ਅੱਗੇ ਕੁਐਸਚਨ ਕੀਤਾ ਜਾਵੇ। ਇਹ ਕੋਈ ਰੱਬ ਤੋਂ ਥੋੜ੍ਹਾ ਡਿੱਗੇ ਅਸੀਂ ਵੀ ਸਾਡੇ ਅੱਗੇ ਸਵਾਲ ਨਹੀਂ ਕਰਨੇ। ਕੋਈ ਵੀ ਬੰਦਾ ਹੋਵੇ, ਸੰਗਤ ਕਿਸੇ ਨੂੰ ਵੀ ਸਵਾਲ ਕਰ ਸਕਦੀ ਹੈ ਅਤੇ ਉਹ ਜਵਾਬਦੇਹ ਹੈ। ਜੇ ਨਹੀਂ ਜਵਾਬ ਦੇ ਸਕਦਾ ਤਾਂ ਉਹਨੂੰ ਫਿਰ ਜੋ ਸੰਗਤ ਸਜ਼ਾ ਲਾਵੇਗੀ, ਸਜ਼ਾ ਮੰਨਣੀ ਪਵੇਗੀ। ਇਹ ਇੱਦਾਂ ਦੇ ਵਿਧਾਨ ਨੇ। ਇਸ ਕਰਕੇ ਇਹ ਦਿਨ ਮਨਾਉਂਦੇ ਹਾਂ, ਕੋਸ਼ਿਸ਼ ਕਰੀਏ ਭਾਈ ਆਪਣੇ ਆਪ ਨੂੰ ਮਹਾਰਾਜ ਦੇ ਅੱਗੇ ਰੱਖ ਕੇ ਅਤੇ ਸੇਵਾ ਵਾਲੇ ਪਾਸੇ ਦੇ ਉੱਤੇ ਵੀ ਆਈਏ। ਬਹੁਤ ਵਧੀਆ ਸੇਵਾ ਕਰਦੇ ਵੀ ਹੋ ਤੁਸੀਂ, ਪਰ ਨਾਲ ਗੁਰਦੁਆਰੇ ਦਾ ਪ੍ਰਬੰਧ ਵੀ ਅਸੀਂ ਵੇਖਣਾ ਵੀ ਗੁਰਦੁਆਰੇ ਵਿੱਚ ਕੀ ਹੋ ਰਿਹਾ ਹੈ, ਉਸ ਪਾਸੇ ਦਾ ਵੀ ਅਸੀਂ ਧਿਆਨ ਰੱਖਣਾ ਹੈ। ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ।